ਜੋ ਸ਼ਖਸ ਮੇਰੇ ਨਾਲ ਬੈਠੇ ਨੇ ਦੇਖਣ ਨੂੰ ਬੜੇ ਸਧਾਰਨ ਨੇ, ਸਾਦੇ ਨੇ, ਪਰ ਜਦੋਂ ਉਹਨਾਂ ਦੀ ਕਹਾਣੀਆਂ ਦੀ ਗੱਲ ਚੱਲਦੀ ਹੈ ਤਾਂ ਬੜੇ ਟੇਢੇ ਜਿਹੇ ਨਜ਼ਰ ਆਉਂਦੇ ਆ। ਉਹ ਕਹਿੰਦੇ ਹਨ ਕਿ ਟੇਢੇ ਮੇਢੇ ਕਿੰਨੇ ਰਾਹ ਏ, ਰੋਟੀ ਲੱਭਦੇ ਦੁਨੀਆ ਗਾਏ। ਬਹੁਤ ਸਾਰੀ ਦੁਨੀਆ ਘੁੰਮੀ ਭਗਵੰਤ ਰਸੂਲਪੁਰੀ ਜੀ ਉਹਨਾਂ ਨੇ ਵੀ, ਤੇ ਆਖਰ ਆ ਕੇ ਕਹਾਣੀਆਂ ਵਿੱਚ ਜਦੋਂ ਉਹਨਾਂ ਨੇ ਆਪਣੀ ਕਲਮ ਦੀ ਤਾਕਤ ਦਿਖਾਈ ਤਾਂ ਇੱਕ ਵੱਖਰਾ ਹੀ ਨਾਮ ਬਣਾਇਆ। ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ, ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਸੀ। ਅੱਜ ਅਸੀਂ ਉਹਨਾਂ ਦੇ ਨਾਲ ਬਾਕੀ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਰਸੂਲਪੁਰੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕਹਾਣੀ ਦਾ ਤਜਰਬਾ ਜੋ ਤੁਸੀਂ ਪਹਿਲਾਂ ਸਾਂਝਾ ਕੀਤਾ, ਜਿਸ ਦਾ ਤੁਹਾਡੇ ਪਰਿਵਾਰਕ ਪਿਛੋਕੜ ਨਾਲ ਵੀ ਸਾਂਝ ਹੈ, ਤੁਹਾਡੇ ਨਾਨਾ ਜੀ ਹੁਣਾਂ ਨਾਲ ਵੀ ਖਾਸ ਤੌਰ ਤੇ ਸਾਂਝ ਹੈ, ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ। ਲੇਖਕ ਕੋਲ ਮੈਂ ਸਮਝਦਾ ਵੀ ਜਿੰਨਾ ਜ਼ਿਆਦਾ ਅਨੁਭਵ ਹੁੰਦਾ ਜੀ, ਜਿੰਨਾ ਤਜਰਬਾ ਹੁੰਦਾ, ਜਿੰਨਾ ਉਹ ਸਮਾਜ ਵਿੱਚ ਵਿਚਰਦਾ, ਜਿੰਨੇ ਲੋਕਾਂ ਨੂੰ ਮਿਲਦਾ ਹੈ, ਉਨਾ ਹੀ ਉਹਦਾ ਜਿਹੜਾ ਲਿਟਰੇਚਰ ਆ, ਸਾਹਿਤ ਆ, ਉਨਾ ਹੀ ਅਮੀਰ ਹੁੰਦਾ। ਘਰ ਵਿੱਚ ਬਹਿ ਕੇ, ਕਮਰੇ 'ਚ ਬਹਿ ਕੇ ਤੁਸੀਂ ਲਿਟਰੇਚਰ ਨਹੀਂ ਲਿਖ ਸਕਦੇ ਜੀ। ਤੁਸੀਂ ਤਾਂ ਹੀ ਲਿਖ ਸਕਦੇ ਹੋ ਚੰਗਾ ਲਿਟਰੇਚਰ ਜੇ ਤੁਸੀਂ ਫਰੰਤੂ ਹੋ, ਘੁੰਮਦੇ ਹੋ, ਬੰਦਿਆਂ ਨੂੰ ਮਿਲਦੇ ਹੋ, ਦਿਨ ਰਾਤ ਸੁਸਾਇਟੀ 'ਚ ਵਿਚਰਦੇ ਹੋ, ਤਾਂ ਹੀ ਤੁਸੀਂ ਵੱਡਾ ਸਾਹਿਤ ਲਿਖ ਸਕਦੇ ਹੋ। ਮੇਰਾ ਜਿਹੜਾ ਨਾਨਕਾ ਪਰਿਵਾਰ ਸੀ, ਧਰਮਪੁਰਾ ਪਿੰਡ ਸੀ ਮੇਰਾ, ਉਹ ਜਿਹੜਾ ਪਿੰਡ ਸੀ ਇੱਕ ਦਲਿਤ ਕਮਿਊਨਿਟੀ ਦਾ ਪਿੰਡ ਸੀ। ਉੱਥੇ ਸਾਰਾ ਪਿੰਡ ਚਮੜੇ ਦਾ ਉਦੋਂ ਕੰਮ ਕਰਦਾ ਸੀ, ਤੇ ਮੇਰੇ ਨਾਨਾ ਪਰਿਵਾਰ, ਨਾਨਾ, ਉਹਦੇ ਭਰਾ, ਸਾਰੇ ਉਹ ਇਹ ਕੰਮ ਕਰਦੇ ਸੀ। ਤੇ ਮੈਂ ਜਦੋਂ ਉੱਥੇ ਹੀ ਮੈਂ ਵੱਡਾ ਹੋਇਆ, ਬਚਪਨ ਦੇਖਿਆ, ਆਲਾ ਦੁਆਲਾ ਜਿਹੜਾ ਦੇਖਿਆ, ਮੈਂ ਉਹਨਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇਖੀਆਂ, ਉਹਨਾਂ ਨੂੰ ਸਰਵਾਈਵ ਕਰਦੇ ਦੇਖਿਆ। ਮੈਂ ਆਪਣੇ ਨਾਨਾ ਜੀ ਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਸਰਵਾਈਵ ਕਰਦੇ ਦੇਖਿਆ। ਕਿਵੇਂ ਉਹ ਪਹਿਲਾਂ ਮਰੇ ਡੰਗਰ ਚੱਕਦੇ ਹੁੰਦੇ ਸੀ ਹੋਰ ਪਰਿਵਾਰ ਦੇ ਨਾਲ, ਫਿਰ ਉਹ ਚਮੜਾ ਲਾਂਦੇ ਸੀ, ਉਹਨਾਂ ਦਾ ਬੂਟਾ ਮੰਡੀ ਵੇਚਦੇ ਹੁੰਦੇ ਸੀ। ਫਿਰ ਉਹ ਕਿਵੇਂ ਚਮੜੇ ਨੂੰ ਰੰਗਣ ਲੱਗ ਪਏ, ਉਹਨਾਂ ਨੇ ਪਿੰਡ ਆਪਣੇ ਕਾਰਖਾਨਾ ਲਾਇਆ, ਤੇ ਕਿਵੇਂ ਉਹ ਫਿਰ ਉਹਨਾਂ ਕੋਲ ਪੈਸੇ ਆਉਣ ਲੱਗ ਪਏ, ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਆਪਣਿਆਂ ਨੂੰ। ਇਸ ਤਰ੍ਹਾਂ ਜਿਹੜਾ ਸਰਵਾਈਵ ਇੱਕ ਸੁਸਾਇਟੀ ਚੋਂ ਤੁਸੀਂ ਵਿਕਾਸ ਆ, ਉਹ ਮੈਂ ਦੇਖਿਆ। ਤੇ ਉਹੀ ਜਿਹੜਾ ਵਿਕਾਸ ਆ, ਉਹੀ ਸਮਾਜ ਦਾ ਜਿਹੜਾ ਹਿੱਸੇ ਆ ਜਿਹੜਾ, ਉਹ ਮੈਂ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ। ਪਰ ਕਿਤੇ ਨਾ ਕਿਤੇ ਤੁਹਾਡੇ ਕਹਾਣੀਕਾਰ ਬਣ ਤੱਕ ਦਾ ਜਿਹੜਾ ਸਫ਼ਰ ਆ ਜੀ, ਉਹ ਤੁਹਾਡੇ ਨਾਨਾ ਜੀ ਨਾਲ ਵੀ ਜੁੜਿਆ। ਤੁਸੀਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਸੀ, ਜਾਂ ਫਿਰ ਤੁਹਾਡੇ ਅੰਦਰ ਇਹ ਰੰਗਤ ਕਿਵੇਂ ਆਈ? ਇਹ ਲਿਖਣ ਦਾ ਜਿਹੜਾ ਨਾ ਆਗਿਆ, ਮੈਂ ਸਮਝਦਾ ਵੀ ਇਹ ਨਾ ਬੀਜ ਰੂਪ ਵਿੱਚ ਹੀ, ਜਦੋਂ ਤੁਹਾਡਾ ਬੀਜ ਬੱਚੇ ਦਾ ਮਾਂ ਦੇ ਗਰਭ ਵਿੱਚ ਹੀ ਹੁੰਦਾ ਬੱਚਾ, ਉਦੋਂ ਹੀ ਰੱਖ ਹੋ ਜਾਂਦਾ। ਜਿਹੜਾ ਆਰਟ ਹੈ, ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਆਰਟ ਆ, ਉਹ 'ਚ ਜਨਮ ਹੋ ਜਾਂਦਾ। ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਇਦਾਂ ਸੋਚਿਆ ਨਹੀਂ ਸੀ ਵੀ ਮੈਂ ਲੇਖਕ ਬਣਨਾ, ਤੇ ਮੈਂ ਲੇਖਕ ਬਣਨਾ ਕਦੀ ਸੋਚਿਆ ਨਹੀਂ ਸੀ ਮੈਂ। ਤੇ ਮੇਰੇ ਮਨ ਵਿੱਚ ਸੀ ਵੀ ਜਦੋਂ ਮੈਂ ਦੇਖਿਆ, ਜਦੋਂ ਮੈਂ ਇਕੱਲਾ ਹੀ ਜ਼ਿਆਦਾ ਵਿਚਰਦਾ ਨਹੀਂ ਸੀ, ਇਕੱਲਾ ਰਹਿੰਦਾ ਸੀ, ਸੋਚਦਾ ਰਹਿੰਦਾ ਸੀ ਸਮਾਜ ਬਾਰੇ, ਲੋਕਾਂ ਬਾਰੇ, ਤੇ ਮੈਂ ਪੜ੍ਹਨਾ ਸ਼ੁਰੂ ਕਰਤਾ। ਤੇ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਕਹਾਣੀ, ਕੋਈ ਨਾਵਲ, ਤੇ ਮੈਂ ਸੋਚਿਆ ਵੀ ਇਹ ਮੇਰੇ ਮਨ 'ਚ ਨਾ ਕਹਾਣੀ ਬਣਨ ਲੱਗ ਪੈਂਦੀ ਸੀ ਜਦੋਂ ਮੈਂ ਪੜ੍ਹਦਾ ਸੀ ਕੋਈ ਚੀਜ਼। ਤੇ ਉਹ ਆਲੇ ਦੁਆਲੇ ਜਿਹੜੇ ਕੋਈ ਕਰੈਕਟਰ ਸੀ ਮੇਰੇ ਵਿੱਚ ਦੇਖੇ ਸੀ ਮੈਂ, ਉਹਨਾਂ ਦੇ ਆਲੇ ਦੁਆਲੇ ਕਹਾਣੀ ਹੋਣ ਲੱਗ ਪੈਂਦੀ ਸੀ, ਇਰਦ ਗਿਰਦ ਘੁੰਮਣ ਲੱਗ ਪੈਂਦੇ ਸੀ, ਬਿਲਕੁਲ। ਤੇ ਉਹ ਮੈਂ ਕਹਾਣੀ ਲਿਖਣ ਲੱਗ ਪਿਆ। ਮੇਰੇ ਮਨ ਵਿੱਚ ਸੀ, ਤਾਂ ਹੀ ਤੁਹਾਡੇ ਮਨ ਵਿੱਚ ਹੁੰਦਾ ਕੁਛ ਅਚੇਤ ਮਨ ਵਿੱਚ, ਤੁਸੀਂ ਲਿਖਣਾ ਆ, ਜਾਂ ਤੁਸੀਂ ਗਾਉਣਾ ਆ, ਜਾਂ ਤੁਸੀਂ ਪੇਂਟਿੰਗ ਕਰਨੀ ਹੈ, ਤਾਂ ਹੀ ਇਹ ਹੋ ਸਕਦਾ। 1990 ਦੀ ਸ਼ੁਰੂਆਤ ਹੋਈ ਤੁਹਾਡੀ ਸਾਹਿਤ ਦੇ ਨਾਲ, ਮਤਲਬ ਕਿ ਤੁਸੀਂ ਕਹਿ ਸਕਦੇ 1990 ਵਿੱਚ ਸ਼ੁਰੂ ਕੀਤਾ। 1992 ਵਿੱਚ ਤੁਹਾਡੀ ਪਹਿਲੀ ਕਹਾਣੀਆਂ ਦੀ ਇੱਕ ਕਿਤਾਬ ਸਾਹਮਣੇ ਆਈ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਗਿਆ। ਮੈਂ ਸ਼ੈਤਾਨ ਤੇ ਇੰਦੂਮਣੀ, ਕੁਵੇਲੇ ਤੁਰਿਆ ਪਾਂਦੀ, ਮਰਨ ਰੁੱਤ, ਦਲਿਤ ਕਹਾਣੀਆਂ ਤੇ ਹੋਰ ਵੀ ਬਹੁਤ ਸਾਰਾ ਸਾਹਿਤ। ਇਹਨਾਂ ਵੱਖ-ਵੱਖ ਕਹਾਣੀਆਂ ਦੇ ਵਿਸ਼ੇ ਜਿਹੜੇ ਸੀਗੇ ਇੱਕੋ ਜਿਹੇ ਸੀਗੇ, ਜਾਂ ਫਿਰ ਸਮੇਂ-ਸਮੇਂ ਤੇ ਤੁਸੀਂ ਬਦਲਦੇ ਗਏ? ਦੇਖੋ, ਜਦੋਂ ਸਾਡੀ ਪਹਿਲੀ ਕਿਤਾਬ ਛਪੀ ਚਾਨਣ ਦੀ ਲੀਕ, ਉਦੋਂ ਜਿਹੜੇ ਮੇਰੇ ਵਿਸ਼ੇ ਸੀ, ਜਿਹੜੇ ਮੁੱਖ, ਮੈਨੂੰ ਕੋਈ ਕਰੈਕਟਰ ਮਿਲਦਾ ਸੀ, ਮੈਂ ਉਹਦੇ ਦੁਆਲੇ ਕਹਾਣੀ ਬੁਣ ਲੈਂਦਾ ਸੀ। ਮਿਸਾਲ ਦੇ ਤੌਰ ਤੇ ਇੱਕ ਧੁੰਦ ਨੂੰ ਚੀਰਦਾ ਸੂਰਜ ਕਹਾਣੀ ਸੀ। ਉਹਦੇ ਵਿੱਚ ਇੱਕ ਟੋਕਰੇ ਬਣਾਉਣ ਵਾਲਾ ਜਿਹੜਾ ਪਾਤਰ ਆ, ਟੋਕਰੇ ਬਣਾਉਂਦਾ ਉਹ, ਤੇ ਮੈਂ ਦੇਖਿਆ ਵੀ ਉਹ ਟੋਕਰੇ ਬਣਾਉਂਦਾ ਆ, ਤੇ ਉਹਦੀ ਜ਼ਿੰਦਗੀ, ਮੈਂ ਉਹਦੇ ਨਾਲ ਇੰਟਰਵਿਊ ਕਰਨਾ ਪਿਆ, ਉਹਦੀ ਲਾਈਫ ਨੂੰ ਲੈ ਕੇ ਕਹਾਣੀ ਲਿਖਤੀ। ਇਸ ਤਰ੍ਹਾਂ ਹੋਰ ਜਿਹੜੇ ਕਰੈਕਟਰ ਨੇ,
ਕਰੈਕਟਰਾਂ ਨੂੰ ਲੈ ਕੇ ਪਾਤਰ ਪ੍ਰਧਾਨ ਕਹਾਣੀਆਂ ਲਿਖੀਆਂ। ਮਤਲਬ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਤੁਸੀਂ ਜੋ ਦੇਖਦੇ ਸੀਗੇ ਉਹਨੂੰ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਉਤਾਰ ਲੈਂਦੇ ਸੀਗੇ ਤੇ ਉਹ ਕਹਾਣੀ ਦਾ ਰੂਪ ਧਾਰਨ ਕਰ ਜਾਂਦੇ ਸੀ। ਬਿਲਕੁਲ, ਜਦੋਂ ਉਹ ਦਿਮਾਗ ਵਿੱਚ ਬਣਦੇ ਸੀ, ਉਹ ਕਰੈਕਟਰ ਡਿਵੈਲਪ ਹੋਣ ਲੱਗ ਪੈਂਦੇ ਸੀ ਤੇ ਉਹ ਕਹਾਣੀ ਮੈਂ ਲਿਖ ਲੈਂਦਾ ਸੀ। ਤੇ ਉਹ ਜਿਹੜੇ ਪਾਤਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਕੁਝ ਗੱਲਾਂ ਨੇ, ਉਹਨਾਂ ਦੀ ਸਮਾਜਿਕ ਬਣਤਰ ਜਿਹੜੀ ਹੈ ਕਿਸ ਤਰ੍ਹਾਂ ਬਣੀ ਹੈ, ਕੁਝ ਮੈਂ ਆਪਣੀ ਕਲਪਨਾ ਨਾਲ ਉਹ ਪਾਤਰ ਘੜਦਾ ਸੀ ਤੇ ਉਹ ਕਹਾਣੀ ਲਿਖ ਲੈਂਦਾ ਸੀ। ਮੇਰੇ ਜਿਹੜੇ ਦੋਸਤ ਸੀ ਉਹ ਕੁਝ ਕਹਿੰਦੇ ਸੀ ਵੀ ਯਾਰ ਤੂੰ ਇਸ ਕੁਝ ਪਾਤਰ ਨਾ, ਕਹਾਣੀ ਤੇਰੀ ਬਣੀ ਨਹੀਂ, ਐਂਡ ਨਹੀਂ ਬਣੀ, ਤੂੰ ਉਹਦਾ ਅੰਤ ਜਿਹੜਾ ਇਸ ਤਰ੍ਹਾਂ ਕਰ, ਪ੍ਰਗਤੀਵਾਦੀ ਜੀ। ਜਿਸ ਤਰ੍ਹਾਂ ਉਹ ਧੁੰਦ ਨੂੰ ਚੀਰਦਾ ਸੂਰਜ ਕਹਾਣੀ ਹੈ, ਉਹ ਅਖੀਰ ਵਿੱਚ ਦਾਤ ਚੱਕ ਲੈਂਦਾ, ਇਸ ਤਰ੍ਹਾਂ ਰੈਵੋਲੂਸ਼ਨਰੀ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਦੇ ਅੰਤ ਮੇਰੇ ਹੋਣ ਲੱਗ ਪਏ। ਉਸ ਤੋਂ ਬਾਅਦ ਜਿਹੜੀਆਂ ਹੋਰ ਕਹਾਣੀਆਂ ਆਈਆਂ, ਬਾਅਦ ਵਿੱਚ ਆਈਆਂ, ਤੀਜੇ ਨੇਤਰ ਦੀ ਜਿਹੜੀ ਕਿਤਾਬ ਆਈ, ਜਦੋਂ ਤੀਜਾ ਨੇਤਰ ਜਦੋਂ ਕਿਤਾਬ ਆਈ ਤੇ ਉਦੋਂ ਪ੍ਰੇਮ ਪ੍ਰਕਾਸ਼ ਲਕੀਰ ਮੈਗਜ਼ੀਨ ਕੱਢਦਾ ਸੀ ਜੀ, ਤੇ ਉਹ ਉਸ ਕਿਸਮ ਦੀਆਂ ਕਹਾਣੀਆਂ ਉਹ ਛਾਪਦਾ ਸੀ ਵੀ ਔਰਤ ਮਰਦ ਦੇ ਸੰਬੰਧਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਆਪਸੀ ਜਿਹੜੇ ਰਿਲੇਸ਼ਨ ਆ, ਉਹਨਾਂ ਤੋਂ ਕੀ ਸਮੱਸਿਆਵਾਂ ਪੈਦਾ ਹੁੰਦੀਆਂ। ਤੇ ਜਿਹੜੇ ਲੇਖਕ ਸੀ ਨਵੇਂ, ਉਹਨਾਂ ਨੂੰ ਵੀ ਉਹ ਸੌਂਦਾ ਹੁੰਦਾ ਸੀ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਲਿਖੋ। ਤੇ ਜਿਹੜੇ ਅਸੀਂ ਨਵੇਂ ਲਿਖਣ ਵਾਲੇ ਸੀ ਤੇ ਸਾਨੂੰ ਪਲੇਟਫਾਰਮ ਚਾਹੀਦਾ ਸੀ, ਅਸੀਂ ਉਸ ਕਿਸਮ ਦੀਆਂ ਕਹਾਣੀਆਂ ਲਿਖੀਆਂ, ਹੋਰਾਂ ਨੇ ਵੀ ਲਿਖੀਆਂ, ਮੈਂ ਵੀ ਲਿਖੀ। ਪ੍ਰਗਤੀਵਾਦੀ ਤੁਹਾਡੀ ਕਹਾਣੀ ਦੇ ਵਿੱਚ ਲਕੀਰਾਂ ਮੈਗਜ਼ੀਨ ਜਿਹੜਾ ਸ਼ੁਰੂ ਹੋਇਆ ਸੀਗਾ, ਮੈਗਜ਼ੀਨ ਹੀ ਸੀ ਨਾ ਲਕੀਰਾਂ, ਉਦੋਂ ਸ਼ੁਰੂ ਹੋਇਆ ਹੈ ਮਤਲਬ ਜੀ। ਉਦੋਂ ਫਿਰ ਕਹਾਣੀਆਂ ਦੇ ਵਿਸ਼ੇ ਮੇਰੇ ਚੇਂਜ ਹੋਏ, ਮੈਂ ਉਸ ਕਿਸਮ ਦੀਆਂ ਕਹਾਣੀਆਂ ਲਿਖੀਆਂ ਜੀ, ਔਰਤ ਮਰਦ ਦੇ ਰਿਲੇਸ਼ਨ ਨੂੰ ਲੈ ਕੇ। ਜਿਵੇਂ ਕੀੜਾ ਕਹਾਣੀ ਇੱਕ ਲਿਖੀ ਜੀ, ਕੀੜਾ ਕਹਾਣੀ ਵਿੱਚ ਇੱਕ ਮੈਂ ਆਪਣਾ ਜਿਹੜਾ ਮਾਮਾ ਹੈ ਮੇਰਾ ਵੱਡਾ, ਉਹਦੇ ਤੇ ਕੇਂਦਰਿਤ ਕਹਾਣੀ ਲਿਖੀ। ਉਹ ਕਿਵੇਂ ਉਹ ਵਿਦੇਸ਼ ਚੋਂ ਆਉਂਦਾ ਆ ਜੀ, ਤੇ ਫਿਰ ਕਿਵੇਂ ਉਹਦੀ ਜਿਹੜੀ ਪਤਨੀ ਹੈ ਉਹ ਮੈਂਟਲੀ ਉਹ ਅਪਸੈਟ ਹੋ ਜਾਂਦਾ, ਪਤਨੀ ਛੱਡ ਕੇ ਚਲ ਜਾਂਦੀ ਹੈ, ਤੇ ਉਹਦੇ ਮਨ ਵਿੱਚ ਇੱਕ ਕੁੰਠਾ ਆ ਔਰਤ ਪ੍ਰਤੀ, ਉਹਨੂੰ ਕੇਂਦਰਿਤ 'ਚ ਲੈ ਕੇ ਉਹ ਕਹਾਣੀ ਲਿਖੀ। ਪ੍ਰੇਮ ਪ੍ਰਕਾਸ਼ ਨੇ ਉਹ ਲਕੀਰ ਵਿੱਚ ਛਾਪੀ। ਇਸ ਤਰ੍ਹਾਂ ਹੋਰ ਵੀ ਕਹਾਣੀਆਂ ਜਿਹੜੀਆਂ ਨਾ ਤੀਜਾ ਨੇਤਰ ਕਹਾਣੀ ਵਿੱਚ ਆਈਆਂ। ਉਸ ਤੋਂ ਬਾਅਦ ਮੇਰੀ ਮਰਨ ਰੁੱਤ ਕਿਤਾਬ ਆਉਂਦੀ ਹੈ। ਮਰਨ ਰੁੱਤ ਕਿਤਾਬ ਵਿੱਚ ਮੇਰੇ ਸਬਜੈਕਟ ਕਹਾਣੀਆਂ ਦੇ ਬਿਲਕੁਲ ਵੱਖਰੇ ਹੋ ਜਾਂਦੇ ਆ। ਮੈਂ ਜਿਹੜੇ ਦਲਿਤ ਜਿਹੜੇ ਪਾਤਰ ਲਏ ਉਹਦੇ ਵਿੱਚ ਖਾਸ ਕਰਕੇ ਦਲਿਤ ਸਮਾਜ ਦੀ ਇਤਿਹਾਸਕਾਰੀ ਕੀਤੀ। ਆਦੀ ਡੰਕਾ ਜਿਹੜੀ ਕਹਾਣੀ ਹੈ ਉਹ 'ਚ ਮੈਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਬੰਦਾ ਆ ਉਹਦੇ ਮਨ 'ਚ ਇੰਨਾ ਉਹ ਲੋਟਾਂ ਕਿਉਂ ਕਰਨਾ ਪੈਂਦਾ, ਇੰਨਾ ਸਾੜ ਫੂਕ ਕਿਉਂ ਕਰਦਾ, ਉਹਦੇ ਮਨ 'ਚ ਗੁੱਸਾ ਉਹ ਕਿਉਂ ਇੰਨਾ ਇੱਕਦਮ ਹੁੰਦਾ। ਮੈਂ ਉਹ 'ਚ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਬਈ ਉਹ ਇੱਕ ਜਦੋਂ ਵੀ ਕੋਈ ਬੰਦਾ ਆ ਤੁਸੀਂ ਉਹਨੂੰ ਦਵਾਈ ਜਾਂਦੇ ਹੋ, ਉਹਨੂੰ ਚੁੱਪ ਕਰਾਈ ਜਾਂਦੇ ਆ, ਜਦੋਂ ਉਹਨੂੰ ਕੋਈ ਮੌਕਾ ਮਿਲਦਾ ਉਹ ਉੱਭਰਦਾ, ਹਾਂ ਸਪਰਿੰਗ ਦੀ ਤਰ੍ਹਾਂ ਉੱਭਰਦਾ। ਉਹ ਫਿਰ ਉਹ ਤਾਂ ਹੀ ਇੰਨੀ ਵੱਡੀ ਪੱਧਰ ਤੇ ਸਾੜ ਫੂਕ ਹੋਈ, ਤਾਂ ਹੀ ਉਹਨਾਂ ਨੇ ਸ਼ਰਾਬ ਦੇ ਠੇਕੇ ਲੁੱਟੇ, ਸਾੜ ਫੂਕ ਕੀਤੀ, ਗੱਡੀਆਂ ਲੁੱਟੀਆਂ, ਉਹਨੂੰ ਮੌਕਾ ਮਿਲਿਆ ਆਪਣਾ ਗੁੱਸਾ ਕੱਢਣ ਦਾ। ਇਹ ਮੈਂ ਥੀਸਿਸ ਉਹਦੇ ਵਿੱਚ ਉਭਾਰਿਆ। ਇਸ ਤਰ੍ਹਾਂ ਹੋਰ ਵੀ ਇਸ ਤਰ੍ਹਾਂ ਦੀਆਂ ਕਿਸਮ ਦੀਆਂ ਕਹਾਣੀਆਂ ਮੈਂ ਇਸ ਤਰ੍ਹਾਂ ਦੇ ਮਸਲੇ ਲੈ ਕੇ ਆਇਆ। ਤੀਜਾ ਨੇਤਰ, ਜਨੇਊ, ਦੇਵਕੀ ਨਾਲ ਮੁਲਾਕਾਤ, ਚੁੱਪ ਦੇ ਅੰਦਰਲਾ ਸ਼ੋਰ ਕਹਾਣੀਆਂ ਦੇ ਵਿੱਚ ਤੁਹਾਡਾ ਜਿਹੜਾ ਵਿਸ਼ਾ ਸੀ ਉਹ ਔਰਤ ਅਤੇ ਮਰਦ ਦੇ ਸੰਬੰਧਾਂ ਦੀ ਵੀ ਗੱਲ ਆਪਾਂ ਜੇਕਰ ਕਰ ਲਈਏ ਇੱਥੇ ਤਾਂ ਉਹ ਵੀ ਜੁੜਦਾ ਆ। ਕਿਤੇ ਨਾ ਕਿਤੇ ਤੁਸੀਂ ਔਰਤ ਨੂੰ ਇਹਦੇ ਵਿੱਚ ਪ੍ਰਗਤੀਵਾਦੀ ਨਿਗਾਹ ਦੇ ਨਾਲ ਦਿਖਾਇਆ ਆ। ਇਹ ਜਿਹੜੀਆਂ ਕਹਾਣੀਆਂ ਤੀਜੇ ਨੇਤਰ ਦੀਆਂ ਖਾਸ ਕਰਕੇ ਇਹ ਤਕਰੀਬਨ ਔਰਤ ਦੇ ਮਸਲਿਆਂ ਨੂੰ ਲੈ ਕੇ ਮੈਂ ਲਿਖੀਆਂ, ਜਿੰਨੇ ਤੁਸੀਂ ਨਾਂ ਲਏ ਆ। ਦੇਵਕੀ ਨਾਲ ਮੁਲਾਕਾਤ ਆ, ਜਨੇਊ ਹੈ, ਹੋਰ ਕਹਾਣੀਆਂ ਆ, ਮਾਇਆ ਆ। ਇਹ ਮੈਂ ਕੋਸ਼ਿਸ਼ ਇਹ ਕੀਤੀ ਬਈ ਔਰਤ ਦੀਆਂ ਜਿਹੜੀਆਂ ਮਸਲੇ ਨੇ, ਖਾਸ ਕਰਕੇ ਦਲਿਤ ਔਰਤ ਦੇ ਮਸਲੇ ਨੇ, ਉਹ ਕਿਸ ਤਰ੍ਹਾਂ ਫੇਸ ਹੁੰਦੇ ਨੇ, ਉਹਨੂੰ ਕਿਸ ਤਰ੍ਹਾਂ ਉਭਾਰਿਆ ਜਾਂਦਾ, ਉਹਦੀ ਮਾਨਸਿਕ ਬਣਤਰ ਕਿਸ ਤਰ੍ਹਾਂ ਦੀ ਬਣ ਜਾਂਦੀ ਹੈ। ਨੈਤਿਕ ਕਦਰਾਂ ਕੀਮਤਾਂ ਨੂੰ ਪੈਰਾਂ ਥੱਲੇ ਦਰੜ ਕੇ ਔਰਤ ਆਪਣੀ ਮਰਜ਼ੀ ਨਾਲ ਜੀਣਾ ਵੀ ਚਾਹੁੰਦੀ ਆ, ਤੁਹਾਡੀਆਂ ਕਹਾਣੀਆਂ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਸੀ। ਹਾਂ, ਉਹ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰੋ। ਉਹ ਜਿਹੜੀ ਨਾ ਔਰਤ ਮੈਂ ਪੇਸ਼ ਕੀਤੀ ਹੈ, ਉਹ ਸਮਾਜ ਦੀ ਪਰਵਾਹ ਨਹੀਂ ਕੋਈ ਕਰਦੀਆਂ। ਜਿਸ ਤਰ੍ਹਾਂ ਕਸੂਰਵਾਰ ਕਹਾਣੀ ਹੈ, ਉਹ ਆਪਣੇ ਪਰਿਵਾਰ ਨੂੰ ਚਲਾਉਣ ਲਈ ਉਹ ਕਈ ਕੁਛ ਕਰਦੀ ਹੈ, ਵਰਜਿਤ ਰਿਲੇਸ਼ਨ ਬਣਾਉਂਦੀ ਹੈ। ਇਸੇ ਤਰ੍ਹਾਂ ਹੀ ਕੁਝ ਹੋਰ ਮਾਸਾਹਾਰੀ ਕਹਾਣੀ ਹੈ, ਜਿਵੇਂ ਜਿੱਤੇ ਉਹ ਰਾਜੀਵ ਨੇ ਸ਼ਾਇਦ ਫਿਲਮ ਬਣਾਏਗਾ। ਉਹ ਕਹਿੰਦਾ ਵੀ ਤੂੰ ਇਸ ਕਿਸਮ ਦੀ ਔਰਤ ਪੇਸ਼ ਕੀਤੀ ਹੈ ਇਸ ਕਹਾਣੀ ਵਿੱਚ, ਜਿਹੜੀ ਆਜ਼ਾਦ ਤੌਰ ਤੇ ਵਿਚਰਨਾ ਚਾਹੁੰਦੀ ਹੈ ਸੁਸਾਇਟੀ ਵਿੱਚ, ਉਹ ਪਰਵਾਹ ਨਹੀਂ ਕਰਦੀ। ਉਹ ਕਹਿੰਦੀ ਵੀ ਮੈਂ ਆਪਣੇ ਜਿਹੜੇ ਸੰਬੰਧ ਕੋਈ ਬਣਾਣੇ ਆ, ਮੈਂ ਆਪਣੀ ਮਰਜ਼ੀ ਨਾਲ ਬਣਾਣੇ ਆ, ਕੋਈ ਮੇਰੇ ਤੇ ਅਧਿਕਾਰ ਨਹੀਂ ਕਰ ਸਕਦਾ,
ਕੋਈ ਮੇਰਾ ਪਤੀ ਵੀ ਨਹੀਂ ਕਰ ਸਕਦਾ, ਜਾਂ ਮੇਰਾ ਜਿਹੜਾ ਦੋਸਤ ਆ ਉਹ ਜਿਹੜੀ ਪ੍ਰਾਪਰਟੀ ਦੀ ਜਿਹੜੀ ਉਹ ਹੈ ਬਈ ਜਿਹੜੀ ਔਰਤ ਬੰਦਾ ਸਮਝਦਾ ਵੀ ਇਹ ਮੇਰੀ ਪ੍ਰਾਪਰਟੀ ਆ, ਉਸ ਮਿੱਥ ਨੂੰ ਤੋੜਿਆ ਉਸ ਕਹਾਣੀ ਵਿੱਚ। ਔਰਤ ਆਜ਼ਾਦ ਤੌਰ ਤੇ ਵਿਚਰਦੀ ਹੈ, ਉਹ ਪਰਵਾਹ ਹੀ ਨਹੀਂ ਕਰਦੀ ਸੁਸਾਇਟੀ ਦੀ, ਉਹ ਕਹਿੰਦੀ ਮੇਰੀ ਲਾਈਫ ਆ, ਮੈਂ ਆਪਣੀ ਮਰਜ਼ੀ ਨਾਲ ਜਿਉਣਾ। ਇਸ ਕਿਸਮ ਦੀਆਂ ਜਿਹੜੀਆਂ ਔਰਤਾਂ ਇਸ ਕਹਾਣੀ ਵਿੱਚ ਆਈਆਂ, ਇਸ ਕਿਤਾਬ ਵਿੱਚ ਆਈਆਂ, ਵੱਖ-ਵੱਖ ਕਹਾਣੀਆਂ। ਤੁਸੀਂ ਇਸ ਕਹਾਣੀ ਵਿੱਚ ਔਰਤ ਨੂੰ ਨਵਾਂ ਰੂਪ ਦਿੱਤਾ। ਪਰ ਜੇਕਰ ਮੈਂ ਪਹਿਲਾਂ ਦੇ ਸਮਾਜ ਦੀ ਗੱਲ ਕਰਾਂ ਤਾਂ ਦਲਿਤ ਸਮਾਜ ਦੀਆਂ ਔਰਤਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਉਸ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ ਸੀਗਾ, ਪਰ ਤੁਸੀਂ ਆਪਣੀ ਇਸ ਕਹਾਣੀ ਦੇ ਵਿੱਚ ਜੋ ਆ ਰੂਪ ਨਵਾਂ ਦਿੱਤਾ ਔਰਤ ਨੂੰ। ਤੁਸੀਂ ਕਿਹੜੀਆਂ ਗੱਲਾਂ ਤੁਹਾਨੂੰ ਉਹਨਾਂ ਵਿੱਚੋਂ ਟੁੰਬੀਆਂ ਸੀਗੀਆਂ ਦੋਹੇ ਸਮਾਜ ਦੇ ਵਿੱਚੋਂ ਕਿ ਔਰਤ ਨੂੰ ਹੁਣ ਇਸ ਰੂਪ ਨਾਲ ਪੇਸ਼ ਕਰਨਾ ਚਾਹੀਦਾ? ਜਦੋਂ ਮੈਂ ਕਹਾਣੀ ਪੜ੍ਹਦਾ ਸੀ, ਖਾਸ ਕਰਕੇ ਦਲਿਤ ਲੇਖਕਾਂ ਦੀਆਂ ਜਿਹੜੀਆਂ ਔਰਤਾਂ ਆਉਂਦੀਆਂ ਸੀ, ਉਹਦੇ ਵਿੱਚ ਮੈਂ ਦੇਖਦਾ ਸੀ ਵੀ ਉਹ ਔਰਤਾਂ ਜਿਹੜੀਆਂ ਆ ਉਹਨਾਂ ਦਾ ਸ਼ੋਸ਼ਣ ਹੁੰਦਾ, ਪਰਿਵਾਰਾਂ ਵਿੱਚ ਵੀ ਸ਼ੋਸ਼ਣ ਹੁੰਦਾ, ਉਹਨੂੰ ਖਾਮੋਸ਼ ਹੋ ਜਾਂਦੀਆਂ, ਉਹਨੂੰ ਚੁੱਪ ਕਰਾਤਾ ਜਾਂਦਾ। ਇਹ ਕਿਉਂਕਿ ਉਹ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ, ਸੁਚੇਤ ਨਹੀਂ ਹੈਗੀਆਂ, ਸਮਾਜ ਉਹਨਾਂ ਨੂੰ ਆਪਣੀ ਅਸਤਿਤਵ ਦਾ ਨਹੀਂ ਪਤਾ। ਇਸੇ ਕਰਕੇ ਹੀ ਮੈਂ ਜਦੋਂ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਔਰਤ ਨੂੰ, ਉਹ ਆਜ਼ਾਦ ਤੌਰ ਤੇ ਪੇਸ਼ ਕੀਤਾ। ਮੈਂ ਦੇਖਿਆ ਵੀ ਇਹ ਜਿਹੜੀਆਂ ਮੇਰੇ ਸਮਾਜ ਦੀਆਂ ਜਿਹੜੀਆਂ ਔਰਤਾਂ ਆ ਉਹਨਾਂ ਦੇ ਆਹ ਰੂਪ ਵੀ ਹੈਗੇ, ਮੈਂ ਦੇਖੇ ਆਪ ਇਸ ਤਰ੍ਹਾਂ ਦੇ ਰੂਪ ਵੀ ਹੈਗੇ ਆ, ਜਿਹੜੇ ਉਹ ਕਈ ਵਾਰ ਕਈ ਸਥਿਤੀਆਂ ਵਿੱਚ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦੀਆਂ, ਆਪਣੇ ਘਰਦਿਆਂ ਦਾ ਪਰਵਾਹ ਨਹੀਂ ਕਰਦੀਆਂ, ਆਪਣੀ ਜੋ ਉਹਨਾਂ ਦੇ ਮਨ ਵਿੱਚ ਆਂਦਾ ਉਹ ਪੇਸ਼ ਕਰਦੀਆਂ। ਇਸ ਤਰ੍ਹਾਂ ਦੀਆਂ ਔਰਤਾਂ ਮੈਂ ਪੇਸ਼ ਕੀਤੀਆਂ। ਤੁਹਾਡੀਆਂ ਕਹਾਣੀਆਂ ਵਿੱਚ ਬੋਧੀ ਸਮਾਜ ਦੀ ਝਲਕ ਵੀ ਪੈਂਦੀ ਆ। ਤੁਸੀਂ ਕਿਤੇ ਕਹਾਣੀਆਂ ਦੇ ਨਾਲ ਮਾਰਕਸਵਾਦ ਦੀ ਗੱਲ ਵੀ ਕਰਦੇ ਹੋ। ਇਹਨਾਂ ਦੋਨਾਂ ਨੂੰ ਕਿਸ ਤਰ੍ਹਾਂ ਜੋੜ ਕੇ ਦੇਖਦੇ ਹੋ? ਅਖੀਰ ਵਿੱਚ ਮੈਂ ਉਸ ਤੋਂ ਬਾਅਦ ਜਦੋਂ ਮੈਂ ਕਹਾਣੀਆਂ ਲਿਖੀ ਜਾ ਰਿਹਾ ਸੀ, ਜਦੋਂ ਮਰਨ ਰੁੱਤ ਕਿਤਾਬ ਮੇਰੀ ਆਈ ਤੇ ਮੈਂ ਮਹਿਸੂਸ ਕਰਨ ਲੱਗ ਪਿਆ, ਸੋਚਿਆ, ਮੈਂ ਸੁਸਾਇਟੀ ਵਾਰ ਸਮਾਜ ਵਾਰ ਦੇਖਦਾ ਸੀ ਬਈ ਜਿਹੜੇ ਨਾ ਮੇਰੇ ਇਹ ਦਲਿਤ ਸਮਾਜ ਆ, ਉਹਨਾਂ ਦੇ ਅੱਗੇ ਸਬ ਸੈਕਸ਼ਨ ਨੇ ਜੀ। ਰਵਿਦਾਸੀਆ ਕਮਿਊਨਿਟੀ ਹੈ, ਉਹ ਚੋਂ ਕੁਝ ਸੈਕਸ਼ਨ ਨੇ ਕਨਵਰਸ਼ਨ ਕਰਕੇ ਬੁੱਧ ਧਰਮ ਚ ਆਏ ਉਹ ਜੀ, ਤੇ ਬੁੱਧ ਧਰਮ ਵਿੱਚ ਆਏ, ਪਰ ਉਹਨਾਂ ਨੇ ਆਪਣਾ ਜੜ੍ਹਾਂ ਨਹੀਂ ਛੁੱਟੀਆਂ ਉਹਨਾਂ ਦੀ ਜਿਹੜੀ ਕੰਟਰਾਡਿਕਸ਼ਨ ਆ। ਮਿਸਾਲ ਜੇ ਮੈਂ ਉਦਾਹਰਨ ਦਿੰਦਾ ਬਈ ਜੜ੍ਹਾਂ ਕਹਾਣੀ ਹੈ, ਉਹਦੇ ਵਿੱਚ ਮੈਂ ਇਹੀ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਬਈ ਉਹ ਜਿਹੜੀ ਰਵਿਦਾਸ ਤੇ ਬੁੱਧ ਦੀ ਕੰਟਰਾਡਿਕਸ਼ਨ ਜਿਹੜੀ ਹੈ, ਉਹਨਾਂ ਦੇ ਅਨੁਯਾਈ, ਉਹਨਾਂ ਦੇ ਫਾਲੋਅਰ ਦੀ ਜਿਹੜੀ ਕੰਟਰਾਡਿਕਸ਼ਨ ਆ, ਉਸ ਨੂੰ ਮੈਂ ਉਸ ਕਹਾਣੀ ਵਿੱਚ ਲੈ ਕੇ ਆਉਣਾ, ਇਹ ਮੇਰਾ ਮੁੱਖ ਮੁੱਦਾ ਸੀ। ਇਸ ਤਰ੍ਹਾਂ ਹੀ ਇੱਕ ਕੁੰਭੀ ਨਰਕ ਕਹਾਣੀ ਹੈ ਮੇਰੀ, ਜਿਹੜੀ ਕਿਤਾਬ ਦਾ ਟਾਈਟਲ ਆ, ਉਹਦੇ ਵਿੱਚ ਵੀ ਮੈਂ ਇਹੀ ਕੋਸ਼ਿਸ਼ ਕੀਤੀ ਹੈ ਬਈ ਉਹ ਦਲਿਤ ਜਿਹੜੇ ਨੇ ਵਾਲਮੀਕ ਕਮਿਊਨਿਟੀ ਦੇ ਭੰਗੀ ਸਮਾਜ ਆ, ਉਹਨਾਂ ਦੀ ਜਿਹੜੀ ਕੰਟਰਾਡਿਕਸ਼ਨ ਹੈ, ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨੀ ਹੈ। ਕਿਵੇਂ ਉਹ ਕਨਵਰਟ ਹੋ ਜਾਂਦੇ ਆ, ਈਸਾਈ ਬਣ ਜਾਂਦੇ ਨੇ, ਤੇ ਕਿਵੇਂ ਵਾਲਮੀਕ ਜਿਹੜੇ ਨੇ ਰਹਿੰਦੇ ਨੇ, ਉਹਨਾਂ ਦੀ ਕੰਟਰਾਡਿਕਸ਼ਨ ਹੁੰਦੀ ਹੈ, ਉਹਨਾਂ ਦਾ ਵਿਰੋਧ ਕਿੱਥੇ ਪੈਦਾ ਹੁੰਦਾ। ਇਹਨਾਂ ਗੱਲਾਂ ਨੂੰ ਲੈ ਕੇ ਮੈਂ ਇਹ ਕਹਾਣੀਆਂ ਲਿਖੀਆਂ। ਇਸ ਕਿਸਮ ਦੀਆਂ ਜਿਹੜੀਆਂ ਕਹਾਣੀਆਂ ਆ ਪੰਜਾਬੀ ਵਿੱਚ ਪਹਿਲਾਂ ਨਹੀਂ ਸੀ ਆਈਆਂ। ਪੰਜਾਬੀ ਵਿੱਚ ਇਸ ਕਿਸਮ ਦੀਆਂ ਕਹਾਣੀਆਂ ਆਉਂਦੀਆਂ ਸੀ, ਜਿਵੇਂ ਜਦੋਂ ਪ੍ਰੇਮ ਗੋਰਖੀ ਲਿਖਦਾ ਸੀ, ਜਾਂ ਅਤਰਜੀਤ ਲਿਖਦਾ ਸੀ, ਜਾਂ ਭੂਰਾ ਸਿੰਘ ਕਲੇਰ ਲਿਖਦਾ ਸੀ। ਉਹਨਾਂ ਨੇ ਕਿਸਾਨੀ ਅਤੇ ਦਲਿਤ ਦੀ ਜਿਹੜੀ ਦਾ ਸ਼ੋਸ਼ਣ ਨੂੰ ਉਭਾਰਿਆ। ਹਾਂ, ਔਰਤਾਂ ਦੇ ਮਸਲੇ ਹੁੰਦੇ ਸੀ, ਜਾਂ ਉਹ ਸੀਰੀ ਰਲ ਜਾਂਦਾ ਸੀ, ਉਹਦਾ ਸ਼ੋਸ਼ਣ ਕਰੀ ਜਾਂਦਾ ਹੁੰਦਾ, ਉਹ ਕੰਮ ਕਰਾਈ ਜਾਂਦਾ। ਇਸ ਕਿਸਮ ਦੀਆਂ ਕਹਾਣੀਆਂ ਸੀ। ਵਿਚਾਰੇ ਜਿਹੜੀਆਂ ਮੇਰੀਆਂ ਕਹਾਣੀਆਂ ਆ, ਉਹ ਬਿਲਕੁਲ ਵੱਖਰੀ ਕਿਸਮ ਦੀਆਂ ਕਹਾਣੀਆਂ। ਉਹਨਾਂ ਦੀ ਕੰਟਰਾਡਿਕਸ਼ਨ ਜਿਹੜੀ ਦਲਿਤਾਂ 'ਚ ਆਪਸ ਕਿੰਨੇ ਗੈਪ ਆ, ਉਹਨਾਂ ਦੇ ਆਪਸੀ ਵਿਚਾਰਾਂ 'ਚ ਕਿੰਨੇ ਵਿਰੋਧ ਨੇ। ਦਲਿਤ ਚੇਤਨਾ ਵਿੱਚ ਕਹਾਣੀ ਨੂੰ ਨਵਾਂ ਰੂਪ ਦਿੱਤਾ। ਬਿਲਕੁਲ ਹਾਂ, ਇਹ ਆਇਆ ਨਹੀਂ ਪਹਿਲਾਂ, ਪੰਜਾਬੀ ਵਿੱਚ ਨਹੀਂ ਆਈ, ਇਹ ਮਸਲੇ ਆਏ ਨਹੀਂ। ਠੀਕ ਹੈ ਜੀ। ਤੁਹਾਡੀਆਂ ਕਹਾਣੀਆਂ ਵਿੱਚ ਅੰਬੇਡਕਰ ਤੇ ਬੁੱਧ ਧਰਮ ਦੇ ਵਿੱਚ ਵਖਰੇਵਾਂ ਪੈਦਾ ਹੁੰਦਾ, ਕਿਤੇ ਨਾ ਕਿਤੇ, ਜੋ ਮੈਨੂੰ ਲੱਗਾ ਕਿਤੇ ਨਾ ਕਿਤੇ ਵਖਰੇਵਾਂ ਪੈਦਾ ਹੁੰਦਾ ਆ। ਕਿਸ ਨਜ਼ਰੀਏ ਨਾਲ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਮੈਂ ਕਹਾਣੀਆਂ ਜਦੋਂ ਲਿਖੀਆਂ ਤੇ ਮੇਰੇ ਮਨ ਵਿੱਚ ਸੀ ਵੀ ਮੈਂ ਜਿਹੜਾ ਅੰਬੇਡਕਰ ਚਿੰਤਨ ਆ ਜੀ, ਅੰਬੇਡਕਰ ਦਾ ਜਿਹੜਾ ਚਿੰਤਨ ਆ, ਉਹਦਾ ਥਾਟ ਆ, ਉਹਦਾ ਗਲਪੀ ਰੂਪ ਮੈਂ ਪੇਸ਼ ਕਰਨਾ ਜੀ। ਉਹਦੇ ਥਾਟ ਨੂੰ ਮੈਂ ਕਹਾਣੀ ਵਿੱਚ ਕਨਵਰਟ ਕਰਕੇ ਪੇਸ਼ ਕਰਨਾ, ਤੇ ਉਹਦੇ ਥਾਟ ਨੂੰ ਲੈ ਕੇ ਮੈਂ ਆਹ ਜਿਹੜੀਆਂ ਮਸਲੇ ਆ ਡਿਸਕਸ ਕੀਤੇ ਆਪਣੀ ਕਹਾਣੀ ਵਿੱਚ। ਇਹ ਮਾਰਕਸ ਵਾਦ ਦੇ ਮਸਲੇ ਜਿਹੜੇ ਨੇ, ਉਹਦੀ ਕੰਟਰਾਡਿਕਸ਼ਨ ਆ, ਇਹ ਇੱਕੋ ਕਹਾਣੀ ਵਿੱਚ ਮੈਨੂੰ ਲੱਗਦਾ ਆਈ ਹੈ, ਮੇਰੀ ਧੂੜ ਕਹਾਣੀ ਵਿੱਚ ਹੀ ਆ। ਉਹ ਵੀ ਸਮਨਵੇ ਮੈਂ ਪੇਸ਼ ਕਰਨਾ ਚਾਹੁੰਦਾ ਸੀ ਵੀ ਜਿਹੜਾ
ਮਾਰਕਸਵਾਦ ਦਾ ਜਿਹੜਾ ਪੰਜਾਬੀ ਦਾ ਜਿਹੜਾ ਸਮਾਜ ਹੈ ਸਾਡਾ, ਜੀ ਜੀ, ਇਹ ਮਾਰਕਸਵਾਦ ਦੀ ਫਿਲਾਸਫੀ ਨਾਲ ਸਮਝਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਪੰਜਾਬ ਦਾ ਸਮਾਜ ਆ, ਭਾਰਤੀ ਸਿਸਟਮ ਆ, ਉਹ ਜਾਤ ਪਾਤ ਤੇ ਖੜਾ। ਮਾਰਕਸਵਾਦ ਜਿਹੜਾ ਆ, ਮਾਰਕਸ ਦੀ ਫਿਲਾਸਫੀ ਆ, ਉਹ ਵਰਗਾਂ ਦੀ ਗੱਲ ਕਰਦਾ। ਉਹ ਕਹਿੰਦਾ ਦੋ ਵਰਗ ਨੇ, ਇੱਕ ਅਮੀਰ ਹੈ, ਇੱਕ ਗਰੀਬ ਹੈ, ਕਿ ਨਹੀਂ। ਪਰ ਅਸਲੀਅਤ ਵਿੱਚ ਜਿਹੜਾ ਸਮਾਜ ਆ, ਖਾਸ ਕਰਕੇ ਪੰਜਾਬ ਦਾ ਜਿਹੜਾ ਸਮਾਜ ਆ, ਉਹ ਜਾਤਾਂ 'ਚ ਵੰਡਿਆ ਹੋਇਆ। ਸਾਡਾ ਸਮਾਜ ਜਾਤਾਂ 'ਚ ਵੰਡਿਆ ਹੋਇਆ, ਸੁਸਾਇਟੀ ਜਾਤਾਂ 'ਚ ਵੰਡੀ ਹੋਈ ਹੈ। ਉਹਨਾਂ ਦੇ ਆਧਾਰ ਤੇ ਹੀ ਉਹਨਾਂ ਦੇ ਸਮਾਜਿਕ ਮਸਲੇ ਉੱਭਰਦੇ ਨੇ, ਆਰਥਿਕ ਮਸਲੇ ਉੱਭਰਦੇ ਨੇ। ਇਹਨਾਂ ਨੂੰ ਲੈ ਕੇ ਹੀ ਮੈਂ ਕਹਾਣੀਆਂ 'ਚ ਪੇਸ਼ ਕੀਤਾ। ਖਾਸ ਕਰਕੇ ਮੈਂ ਜਿਹੜੀਆਂ ਕਹਾਣੀਆਂ ਦੇ ਪਾਤਰ ਆਉਂਦੇ ਆ, ਮੇਰੇ ਕਹਾਣੀਆਂ ਦੇ ਪਾਤਰ ਆ, ਉਹ ਜਾਤ ਨਾਲ ਲੈ ਕੇ ਆਉਂਦੇ ਆ, ਆਪਣਾ ਗੋਤ ਲੈ ਕੇ ਆਉਂਦੇ ਆ। ਇਹ ਮੈਂ ਗੱਲ ਉਭਾਰੀ ਹੈ, ਕਿਉਂਕਿ ਜਿਹੜਾ ਸਾਡਾ ਸਮਾਜ ਆ, ਉਹ ਸਮਾਜ ਵਿੱਚ ਜਿਹੜੇ ਲੋਕ ਨੇ, ਉਹ ਜਾਤਾਂ ਨਾਲ ਜੁੜੇ ਹੋਏ ਨੇ, ਆਪਣੇ ਗੋਤਾਂ ਨਾਲ ਜੁੜੇ ਹੋਏ ਨੇ, ਆਪਣੇ ਸੁਸਾਇਟੀ ਨਾਲ ਜੁੜੇ ਹੋਏ ਨੇ। ਉਹ ਵਰਗ ਤਾਂ ਹੈ ਹੀ ਨਹੀਂ, ਕਿਉਂਕਿ ਜਦੋਂ ਸਮਾਜ ਵਿੱਚ ਕੰਟਰਡਿਕਸ਼ਨ ਪੈਦਾ ਹੁੰਦੀ ਹੈ, ਸਮਾਜ ਦੇ ਮਸਲੇ ਜਿਹੜੇ ਹੁੰਦੇ ਆ, ਉਹ ਜਾਤਾਂ ਦੇ ਆਧਾਰ ਤੇ ਕਾਫੀ ਹੈ। ਇਹਨਾਂ ਦੇ ਜਾਤ ਤੋਂ ਬਿਨਾਂ ਪੰਜਾਬੀ ਸਮਾਜ ਨੂੰ ਸਮਝਿਆ ਨਹੀਂ ਜਾ ਸਕਦਾ। ਜਾਤ ਪਾਤ ਤੋਂ ਬਿਨਾਂ ਪੰਜਾਬੀ ਜਿਹੜਾ ਭਾਰਤੀ ਜਿਹੜੇ ਲੋਕ ਆ, ਔਰਤ ਆ, ਮਸਲੇ ਨੇ, ਉਹਨਾਂ ਨੂੰ ਸਮਝ ਨਹੀਂ ਸਕਦੇ ਅਸੀਂ। ਇਸੇ ਕਰਕੇ ਮੈਂ ਇਹ ਗੱਲ ਨੂੰ ਸੁਚੇਤ ਹੋ ਕੇ ਇਹ ਕਹਾਣੀਆਂ ਵਿੱਚ ਲੈ ਕੇ ਆਇਆ। ਦਲਿਤ ਸਮਾਜ ਨੂੰ ਬਹੁਤ ਸਾਰੀਆਂ ਸਮਾਜ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਵੀ ਇਸ ਸਮਾਜ ਨਾਲ ਜੁੜੇ ਹੋ। ਇੱਕ ਨਜ਼ਰ ਨਾਲ ਅੱਜ ਵੀ ਮੈਨੂੰ ਲੱਗਦਾ ਕਿ ਬਹੁਤੇ ਲੋਕ ਨਹੀਂ ਦੇਖਦੇ ਇੱਕ ਨਜ਼ਰ ਦੇ ਨਾਲ। ਤੇ ਜੇਕਰ ਮੈਂ ਤੁਹਾਡੇ ਸਾਹਿਤ ਦੇ ਜੀਵਨ ਦੀ ਗੱਲ ਕਰਾਂ, ਤੇ ਤੁਹਾਡੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਈਆਂ? ਮੇਰੇ ਜੀਵਨ ਵਿੱਚ ਕੋਈ ਇੰਨੀਆਂ ਤਾਂ ਨਹੀਂ ਚੁਣੌਤੀਆਂ ਮੈਂ ਕਹਿ ਸਕਦਾ, ਪਰ ਜਦੋਂ ਮੇਰਾ ਜਿਹੜਾ ਸਮਾਜ ਹੈ, ਜਿਸ ਸਮਾਜ ਵਿੱਚੋਂ ਮੈਂ ਪੈਦਾ ਹੋਇਆ, ਜਿਸ ਸਮਾਜ ਚੋਂ ਉੱਠਿਆ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਖਾਸ ਕਰਕੇ ਜਿਹੜੇ ਆਰਥਿਕ ਜਿਹੜੇ ਮਸਲੇ ਆ, ਉਹ ਬਹੁਤ ਅਹਿਮ ਨੇ ਅੱਜ ਦੇ ਸਮੇਂ ਵਿੱਚ। ਆਰਥਿਕ ਮਸਲੇ ਆ, ਇਹਦੇ ਨਾਲ ਨਾਲ ਹੀ ਹੁਣ ਵਿੱਦਿਆ ਦੇ ਮਸਲੇ ਨੇ, ਪੜ੍ਹਾਈ ਦੇ ਮਸਲੇ ਨੇ, ਕਿਉਂਕਿ ਇਹ ਬੱਚੇ ਪੜ੍ਹ ਜਾਂਦੇ ਨੇ, ਪਰ ਉਹਨਾਂ ਨੂੰ ਜੌਬ ਨਹੀਂ ਮਿਲਦੀ। ਅਸੀਂ ਕਹਿਣ ਨੂੰ ਤਾਂ ਸਾਨੂੰ ਰਿਜ਼ਰਵੇਸ਼ਨ ਮਿਲਦੀ ਹੈ ਦਲਿਤ ਲੋਕਾਂ ਨੂੰ, ਪਰ ਉਹਦਾ ਜਿਹੜਾ ਰੂਪ ਆ, ਉਹ ਇੰਨਾ ਵਧੀਆ ਤਰੀਕੇ ਨਾਲ ਸਾਹਮਣੇ ਆਉਂਦਾ ਨਹੀਂ। ਬਹੁਤ ਖੱਪੇ ਨੇ ਇਸ ਤਰ੍ਹਾਂ ਦੇ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ ਮਸਲੇ ਆ, ਇਹ ਜਿੰਨੇ ਪੋਲੀਟੀਕਲ ਆ, ਉਹਨੇ ਸਮਾਜਿਕ ਵੀ ਹੈ। ਹੁਣ ਮੈਂ ਤੁਹਾਡੇ ਕਹਾਣੀ ਤੇ ਇੱਕ ਵਾਰ ਫਿਰ ਆਉਣਾ ਚਾਹੁੰਦਾ ਆ। ਸਭ ਤੋਂ ਪਹਿਲਾਂ ਤੁਸੀਂ ਕਹਾਣੀ ਨੂੰ ਚੁਣਿਆ, ਬਾਕੀ ਲੇਖਕ ਆਉਂਦੇ ਆ, ਕਵਿਤਾ ਤੋਂ ਸ਼ੁਰੂ ਆਉਂਦੇ ਆ, ਗਜ਼ਲ ਤੱਕ ਜਾਂਦੇ ਆ, ਗੀਤ ਗਾਉਂਦੇ ਆ, ਤੇ ਫਿਰ ਅਗਲਾ ਰੂਪ ਤੈਅ ਕਰਦੇ ਆ। ਤੁਸੀਂ ਕਹਾਣੀ ਨੂੰ ਹੀ ਕਿਉਂ ਚੁਣਿਆ? ਮੈਂ ਸੋਚਦਾ ਸੀ ਵੀ ਜਦੋਂ ਮੈਂ ਸ਼ੁਰੂਆਤ 'ਚ ਕਹਾਣੀ ਲਿਖੀ, ਤੇ ਮੈਂ ਸੋਚਦਾ ਸੀ ਵੀ ਮੈਂ ਇਹ ਜਿਹੜੀ ਮੇਰੇ ਮਸਲੇ ਨੇ, ਇਹ ਜਿਹੜੇ ਪਾਤਰ ਨੇ, ਮੇਰੇ ਆਲੇ ਦੁਆਲੇ ਜਿਹੜੀਆਂ ਘਟਨਾਵਾਂ ਨੇ, ਇੰਨੀਆਂ ਸੰਘਣੀਆਂ ਘਟਨਾਵਾਂ ਨੇ, ਇੰਨੇ ਸੰਘਣੇ ਪਾਤਰ ਨੇ, ਉਹ ਮੈਂ ਕਵਿਤਾ ਵਿੱਚ ਨਹੀਂ ਪੇਸ਼ ਕਰ ਸਕਦਾ। ਉਹਨਾਂ ਦੀਆਂ ਗੱਲਾਂ ਨਾ ਮੈਂ ਗਜ਼ਲ ਵਿੱਚ ਪੇਸ਼ ਕਰ ਸਕਦਾ, ਨਾ ਪੇਂਟਿੰਗ ਵਿੱਚ ਪੇਸ਼ ਕਰ ਸਕਦਾ। ਤੇ ਮੈਂ ਇਸੇ ਕਰਕੇ ਉਹ ਕਹਾਣੀ ਨੂੰ ਚੁਣਿਆ, ਕਿਉਂਕਿ ਕਹਾਣੀ ਇੱਕ ਐਸੀ ਵਿਧਾ ਆ, ਉਸ ਕਹਾਣੀ ਵਿੱਚ ਤੁਸੀਂ ਸਮਾਜ ਦੀਆਂ ਸਮੱਸਿਆਵਾਂ ਨੂੰ, ਲੋਕਾਂ ਨੂੰ, ਪਾਤਰਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਦੇ ਆ। ਤੇ ਹੁਣ ਜਿਹੜੀ ਅੱਜ ਦੀ ਜਿਹੜੀ ਸਥਿਤੀ ਹੈ, ਮੈਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ, ਮੈਂ ਕੁਝ ਕਹਾਣੀਆਂ ਲਿਖੀਆਂ ਤੇ ਮੈਨੂੰ ਲੱਗਣ ਲੱਗ ਪਿਆ ਵੀ ਇਹ ਜਿਹੜੀ ਕਹਾਣੀ ਹੈ, ਇਹ ਮੇਰੇ ਨਾਵਲ ਦਾ ਵਿਸ਼ਾ ਹੈ। ਖਾਸ ਕਰਕੇ ਜਦੋਂ ਸੁੱਕੀਆਂ ਗੁੰਨਾ ਕਹਾਣੀ ਆਈ, ਉਹਦੇ ਵਿੱਚ 4 ਪੀੜ੍ਹੀਆਂ ਡਿਸਕਸ ਹੁੰਦੀਆਂ, 4 ਪੀੜ੍ਹੀਆਂ ਦਾ ਜੀਵਨ ਵਰਤਾਂਤ ਆ ਉਹ ਕਹਾਣੀ ਦੇ ਵਿੱਚ। 20-25 ਪੇਜ ਦੀ ਕਹਾਣੀ ਹੈ, ਤੇ ਮੈਂ ਸੋਚਦਾ ਸੀ ਵੀ ਇਹ ਤੇ ਨਾਵਲ ਲਿਖਿਆ ਜਾਣਾ ਚਾਹੀਦਾ ਸੀ। ਮੇਰੇ ਦੋਸਤਾਂ ਨੇ ਕਿਹਾ ਵੀ ਇਹ ਨਾਵਲ ਦਾ ਵਿਸ਼ਾ ਐਡਾ ਵੱਡਾ ਜਿਹੜਾ ਤੂੰ ਕਹਾਣੀ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਹੀ ਜਦੋਂ ਤੁਹਾਡੇ ਮਨ ਵਿੱਚ ਬਹੁਤ ਗੱਲਾਂ ਹੁੰਦੀਆਂ ਕਰਨ ਵਾਲੀਆਂ, ਤੁਹਾਡੇ ਮਨ ਵਿੱਚ ਇੰਨੇ ਸੰਘਣੇ ਦ੍ਰਿਸ਼ ਹੁੰਦੇ ਨੇ ਦਿਮਾਗ ਵਿੱਚ, ਉਹ ਕਹਾਣੀ ਵਿੱਚ ਵੀ ਨਹੀਂ ਸਮਾਉਂਦੇ, ਫਿਰ ਤੁਸੀਂ ਕਹਿੰਦੇ ਵੀ ਇਹ ਨਾਵਲ ਇਹ ਤੇ ਲਿਖਿਆ ਜਾਣਾ ਚਾਹੀਦਾ। ਯਾਰ, ਆਸ ਕੀਤੀ ਜਾ ਸਕਦੀ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਇੱਕ ਨਾਵਲ ਵੀ ਆਪਣੇ ਦਰਸ਼ਕਾਂ ਨੂੰ ਜਾਂ ਫਿਰ ਆਪਣੇ ਪੜ੍ਹਨ ਵਾਲਿਆਂ ਨੂੰ ਭੇਟ ਕਰੋਗੇ? ਹਾਂ, ਮੇਰਾ ਨਾਵਲ ਇੱਕ ਤਾਂ ਛਪਿਆ ਹੁਣੀ, ਜ਼ਰਖੇਜ਼, ਇਸੇ ਸਾਲ ਛਪਿਆ, ਪਿਛਲੇ ਸਾਲ ਛਪਿਆ। ਤੇ ਉਸ ਤੋਂ ਇਲਾਵਾ ਮੈਂ ਇੱਕ ਹੋਰ ਨਾਵਲ ਸ਼ੁਰੂ ਕੀਤਾ ਹੋਇਆ, ਉਹ ਵੱਡੇ ਕੈਨਵਸ ਦਾ, ਉਹਦਾ ਖੇਤਰ ਜਿਹੜਾ ਬਹੁਤ ਵੱਡਾ, 1920 ਤੋਂ ਲੈ ਕੇ ਅੱਜ ਤੱਕ। ਖਾਸ ਕਰਕੇ ਜਿਹੜੇ ਦੁਆਬੇ ਦੇ ਜਿਹੜੀ ਦਲਿਤ ਕਮਿਊਨਿਟੀ ਆ, ਰਵਿਦਾਸੀਆ ਭਾਈਚਾਰਾ, ਉਸ ਦੀ ਜਿਹੜੀ ਸਮਾਜਿਕ
ਹਿਸਟਰੀ, ਕਲਚਰਲ ਹਿਸਟਰੀ, ਔਰਤ ਦੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ, ਇਸ ਦੁਆਬੇ ਵਿੱਚ ਲਹਿਰਾਂ ਜਿਹੜੀਆਂ ਆ ਕਿਵੇਂ ਉੱਭਰਦੀਆਂ ਆ, ਇਹਦੇ ਨਾਲ ਨਾਲ ਉਹ ਲਹਿਰਾਂ ਦੇ ਨਾਲ ਨਾਲ ਸਮਾਜ ਕਿਵੇਂ ਵਿਕਾਸ ਕਰਦਾ ਆ, ਕਿਵੇਂ ਪੀੜ੍ਹੀਆਂ, ਪਹਿਲੀ ਪੀੜ੍ਹੀ ਕਿਸ ਤਰ੍ਹਾਂ ਦੀ ਹੈ, ਦੂਜੀ ਪੀੜ੍ਹੀ ਕਿਸ ਤਰ੍ਹਾਂ ਦੀ ਹੈ, ਚੌਥੀ ਪੀੜ੍ਹੀ ਕਿਸ ਤਰ੍ਹਾਂ ਦੀ ਹੈ, ਇਹ ਸਾਰੀਆਂ ਗੱਲਾਂ ਮੈਂ ਉਸ ਨਾਵਲ ਵਿੱਚ ਡਿਸਕਸ ਕਰਨਾ ਚਾਹੁੰਦਾ। ਅਤੇ ਇਹ ਜਿਹੜੀਆਂ ਗੱਲਾਂ ਆ ਮੈਂ ਸੋਚਦਾ ਵੀ ਇਹ ਕਹਾਣੀ ਵਿੱਚ ਬਹੁਤ ਮੈਂ ਕਰ ਨਹੀਂ ਸਕਦਾ ਜੀ, ਮੈਂ 20 ਪੇਜਾਂ 'ਚ ਕਰ ਨਹੀਂ ਸਕਦਾ ਇਹ ਗੱਲਾਂ। ਮੈਂ ਨਾਵਲ ਦੇ ਰੂਪ ਵਿੱਚ ਖੁੱਲ੍ਹੇ ਤੌਰ 'ਤੇ ਕਰ ਸਕਦਾ, ਵਧੀਆ ਤਰੀਕੇ ਨਾਲ ਕਰ ਸਕਦਾ। ਚਲੋ ਅਸੀਂ ਭਵਿੱਖ ਲਈ ਤੁਹਾਡੇ ਲਈ ਇੱਕ ਦੁਆ ਕਰਦੇ ਹਾਂ। ਹੁਣ ਗੱਲ ਕਰਦੇ ਹਾਂ, ਤੁਹਾਡੀਆਂ ਕਹਾਣੀਆਂ ਨੂੰ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਵੀ ਦਰਜ ਕੀਤਾ ਗਿਆ ਆ, ਬੱਚਿਆਂ ਨੂੰ ਲੱਗੀਆਂ ਆ। ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਲੱਗਣ ਤੋਂ ਪਹਿਲਾਂ ਮੈਂ ਕਿਤੇ ਪੜ੍ਹਿਆ ਸੀ ਕਿ ਜਿਹੜੇ ਪੈਨਲ ਹੁੰਦੇ ਆ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਤੁਹਾਨੂੰ ਸਾਹਮਣਾ ਕਰਨਾ ਪਿਆ ਸੀ ਉਹਨਾਂ ਦੀਆਂ ਸਮੱਸਿਆਵਾਂ ਦਾ। ਕਿ ਕਿੰਨੀ ਕੁ ਸੱਚਾਈ ਹੈ ਇਹਨਾਂ ਗੱਲਾਂ ਵਿੱਚ? ਦੇਖੋ, ਸਿਲੇਬਸ ਵਿੱਚ ਜਦੋਂ ਲੱਗਦੇ ਤੁਸੀਂ, ਜਾਂ ਜਿਹੜਾ ਸਿਲੇਬਸ 'ਚ ਲੱਗਦਾ ਸਾਹਿਤ, ਉਹਦਾ ਫਾਰਮੈਟ ਹੋਰ ਹੁੰਦਾ ਜੀ। ਜਿਹੜੇ ਸਿਲੇਬਸ ਬਣਾਉਂਦੇ ਨੇ ਉਹਨਾਂ ਦੇ ਕੁਝ ਆਪਣੇ ਚਹੇਤੇ ਹੁੰਦੇ ਨੇ, ਕੁਝ ਉਹਨਾਂ ਦੇ ਆਪਣੇ ਉਹਨਾਂ ਦੇ ਲੋਕ ਹੁੰਦੇ, ਦਾਇਰਾ ਹੁੰਦਾ, ਉਹ ਉਹਨਾਂ ਨੂੰ ਲਾਉਂਦੇ ਨੇ। ਮੈਂ ਅੱਜ ਤੱਕ ਅਸੀਂ ਸੰਤ ਸਿੰਘ ਸੇਖੂ ਦੀਆਂ ਕਹਾਣੀਆਂ ਪੜ੍ਹੀ ਜਾਂਦੇ ਹਾਂ। ਜੀ ਬਿਲਕੁਲ, ਇੰਨੇ ਸਾਲ ਹੋ ਗਏ, ਸਿਲੇਬਸ ਹੀ ਨਹੀਂ ਚੇਂਜ ਹੋਇਆ। ਅਸੀਂ ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂਹ ਹੀ ਪੜ੍ਹਾਈ ਜਾਂਦੇ ਹਾਂ ਜੀ। ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਲੇਖਕ ਨੇ, ਨਾਨਕ ਸਿੰਘ ਦਾ ਚਿੱਟਾ ਲੋਈ ਪੜ੍ਹੀ ਜਾਂਦੇ ਹਾਂ ਜੀ। ਤੇ ਸਿਲੇਬਸ ਬਦਲਦੇ ਨਹੀਂ। ਕਿਉਂ ਨਹੀਂ ਬਦਲਦੇ? ਵੀ ਜਿਹੜੇ ਸਿਲੇਬਸ ਬਣਾਉਣ ਵਾਲੇ ਆ ਉਹ ਕੋਸ਼ਿਸ਼ ਹੀ ਨਹੀਂ ਕਰਦੇ ਨਵਾਂ ਲਿਟਰੇਚਰ ਪੜ੍ਹਨ ਦੀ। ਉਹ ਨਵਾਂ ਲਿਟਰੇਚਰ ਪੜ੍ਹਨਗੇ ਤਾਂ ਹੀ ਉਹ ਦੇਖਣਗੇ ਵੀ ਜਿਹੜੀ ਨਵੀਂ ਕਹਾਣੀ ਹੈ ਜਿਹੜੀ ਆ ਇਹ ਲਾਣੀ ਚਾਹੀਦੀ ਹੈ ਸਿਲੇਬਸ ਦੇ ਵਿੱਚ, ਨਵੇਂ ਜਿਹੜੇ ਕਵਿਤਾ ਲਾਣੀ ਚਾਹੀਦੀ ਹੈ, ਨਵੇਂ ਨਾਵਲ ਲਾਣੇ ਚਾਹੀਦੇ ਆ। ਇਹ ਨਵੀਆਂ ਚੀਜ਼ਾਂ ਨਾਲ ਵਰਤਮਾਨ ਨਾਲ ਇਹ ਜੁੜੇ ਹੋਏ ਨੇ, ਇਹ ਵਰਤਮਾਨ ਨੂੰ ਚੰਗੀ ਤਰੀਕੇ ਨਾਲ ਫੜਦੇ ਆ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਵਿਤਕਰਾ ਹੋਇਆ ਇਸ ਚੀਜ਼ ਨੂੰ ਲੈ ਕੇ? ਹਾਂ, ਜਿਸ ਤਰ੍ਹਾਂ ਇੱਕ ਕਹਾਣੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ 'ਚ ਲੱਗੀ ਹੈ ਜੀ, ਜੜ੍ਹਾਂ। ਤੇ ਮੈਂ ਪਿੱਛੇ ਜਿਹੇ ਇੱਕ ਪਟਿਆਲਾ ਯੂਨੀਵਰਸਿਟੀ ਦੇ ਸਿਲੇਬਸ ਦੀਆਂ ਸੋਸ਼ਲ ਮੀਡੀਆ ਤੇ ਕਿਤਾਬਾਂ ਦੇਖ ਰਿਹਾ ਸੀ। ਉਹ ਦੇਖ ਰਿਹਾ ਸੀ ਵੀ ਉਹ ਕਹਾਣੀ ਦੀਆਂ 2 ਕਿਤਾਬਾਂ ਸੰਪਾਦਿਤ ਹੋਈਆਂ ਜੀ, ਅਤੇ ਉਹ ਜਿਹੜੀਆਂ ਕਹਾਣੀਆਂ ਦੀਆਂ ਕਿਤਾਬਾਂ ਸੰਪਾਦਿਤ ਹੋਈਆਂ ਤੇ ਉਹਦੇ ਵਿੱਚ ਜਿਹੜਾ ਸੰਪਾਦਕ ਹੈ ਉਹਦੇ ਕੁਝ ਆਪਣੇ ਦੋਸਤਾਂ ਦਾ ਦਾਇਰਾ ਆ, ਉਹਨੇ ਉਹਦੇ ਵਿੱਚ ਸੰਪਾਦਿਤ ਕਰਤੀਆਂ ਕਹਾਣੀਆਂ ਆਪਣੇ ਉਹਨਾਂ ਲੇਖਕਾਂ ਦੀਆਂ। ਕੁਝ ਲੇਖਕ ਨੇ ਜਿਸ ਤਰ੍ਹਾਂ ਮੰਨ ਲਓ ਕਿਸੇ ਦੀ ਕਿਤਾਬ ਹੀ ਨਹੀਂ ਛਪੀ ਅਜੇ, 2 ਕਹਾਣੀਆਂ ਲਿਖੀਆਂ, ਉਹਨੂੰ ਸਿਲੇਬਸ ਦਾ ਹਿੱਸਾ ਬਣਾਤਾ। ਮੈਂ ਇਹ ਕਹਿਣਾ ਚਾਹੁੰਦਾ ਹੁੰਦਾ ਵੀ ਉਸ ਲੇਖਕ ਨੂੰ ਤੁਸੀਂ ਸਿਲੇਬਸ ਦਾ ਹਿੱਸਾ ਬਣਾਓ ਜਿਹਨੇ ਘੱਟੋ ਘੱਟ 10, 15, 20 ਸਾਲ ਲਿਟਰੇਚਰ ਲਿਖਿਆ, ਸਾਹਿਤ ਦੇ ਵਿੱਚ ਰਿਹਾ, ਇੰਨਾ ਦੇਰ ਰਿਹਾ, ਉਹਦੀ ਇੱਕ ਚੁਣਵੀਂ ਕਹਾਣੀ ਤੁਸੀਂ ਲਾਓ। ਮੰਨ ਲਓ ਜਿਹੜਾ 25 ਸਾਲ ਤੋਂ ਇੱਕ ਲੇਖਕ ਲਿਖ ਰਿਹਾ, ਉਹਦੀ ਇੱਕ ਕਹਾਣੀ ਵੀ ਨਹੀਂ ਤੁਸੀਂ ਸਿਲੇਬਸ ਸ਼ਾਮਲ ਕਰਦੇ। ਪੈਟਰਨ ਹੋਣਾ ਚਾਹੀਦਾ। ਹਾਂ, ਜਿਹੜਾ 2 ਕਹਾਣੀਆਂ ਜਿਹਨੇ ਲਿਖੀਆਂ ਉਹ ਤੁਹਾਡਾ ਚਹੇਤਾ ਆ, ਉਹਦੀ ਇੱਕ ਤੁਸੀਂ ਉਹਨੂੰ ਸਿਲੇਬਸ ਸ਼ਾਮਲ ਕਰ ਦਿੰਦੇ ਆ। ਉਹਨੂੰ ਮੈਂ ਕਹਿੰਦਾ ਉਹਨੂੰ ਲਿਖ ਤਾਂ ਲੈਣ ਦਿਓ ਯਾਰ, ਹੈ ਕਿ ਨਹੀਂ? ਮਤਲਬ ਕਿਤੇ ਨਾ ਕਿਤੇ ਵਿਤਕਰਾ, ਹਾਂ ਇਹ ਤਾਂ ਹੈ ਹੀ ਆ। ਸਿਲੇਬਸ ਬਣਾਉਣ ਵਾਲਿਆਂ ਜਿਹੜੇ ਆ ਉਹਨਾਂ ਦੇ ਆਪਣੇ ਉਹ ਇੱਕ ਦਾਇਰੇ ਬਣੇ ਹੋਏ ਨੇ, ਉਹਨਾਂ ਦੇ ਆਪਣਾ ਇੱਕ ਚਹੇਤੇ ਦੋਸਤ ਨੇ, ਉਹਨਾਂ ਨੂੰ ਉਹ ਸਿਲੇਬਸ ਸ਼ਾਮਲ ਕਰਦੇ ਆ। ਮੈਂ ਸਮਝਦਾ ਵੀ ਇਹ ਸਿਲੇਬਸ ਵੀ ਬਹੁਤ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ। ਜਿਹੜਾ ਚੰਗਾ ਸਾਹਿਤ ਆ, ਚੰਗਾ ਲਿਟਰੇਚਰ ਆ, ਉਹ ਪਾਠਕਾਂ ਦੇ ਵਿੱਚ ਪਹੁੰਚ ਹੀ ਜਾਂਦਾ। ਮੰਟੋ ਸਿਲੇਬਸ 'ਚ ਨਹੀਂ ਲੱਗਾ, ਮੰਟੋ ਅਜੇ ਤੱਕ ਵੀ ਜਿਉਂਦਾ, ਉਹਨੂੰ ਕੋਈ ਵੀ ਰੋਕ ਨਹੀਂ ਸਕਦਾ। ਉਹਦੇ ਇੰਨੇ ਪਾਠਕ ਨੇ, ਉਹ ਅਜੇ ਤੱਕ ਵੀ ਜਿਉਂਦਾ, ਉਹਦੀ ਕਹਾਣੀ ਅਜੇ ਤੱਕ ਵੀ ਜਿਉਂਦੀ ਹੈ, ਪਰ ਉਹ ਸਿਲੇਬਸ 'ਚ ਨਹੀਂ ਕਿਤੇ ਲੱਗਾ। ਜਿਹੜੇ ਸਿਲੇਬਸ 'ਚ ਲੱਗਦੇ ਨੇ ਉਹ ਜ਼ਰੂਰੀ ਨਹੀਂ ਵੀ ਉਹਨੂੰ 10 ਸਾਲ ਬਾਅਦ ਉਹ ਜਿਹੜਾ ਸਾਹਿਤ ਹੈ ਉਹ ਜਿਉਂਦਾ ਰਹੇਗਾ। ਤੁਸੀਂ ਜੜ੍ਹਾਂ ਕਹਾਣੀ ਦੀ ਗੱਲ ਕੀਤੀ, ਜੜ੍ਹਾਂ ਕਹਾਣੀ ਦੇ ਨਾਲ ਤੁਹਾਡੇ ਕਿਤੇ ਨਾ ਕਿਤੇ ਧਾਰਮਿਕ ਪੱਖ ਤੋਂ ਵਿਵਾਦ ਵੀ ਜੁੜਦਾ ਰਿਹਾ। ਬੋਧੀ ਸਮਾਜ ਦੀ ਜੇਕਰ ਗੱਲ ਕਰੀਏ ਤਾਂ ਵੀ ਵਿਵਾਦ ਜੁੜਦਾ ਰਿਹਾ। ਕੀ ਸੀ ਪੂਰਾ ਉਹ ਵਾਕਿਆ, ਕੀ ਮੰਜ਼ਰ ਸੀਗਾ ਜਿਹੜਾ ਮੈਂ ਦਰਸ਼ਕਾਂ ਨਾਲ ਸਾਂਝਾ ਕਰੋ ਤੁਸੀਂ? ਉਹ ਜਿਹੜੀ ਕਹਾਣੀ ਅਸਲ ਵਿੱਚ ਰਵਿਦਾਸੀਆ ਤੇ ਬੋਧੀ ਕਮਿਊਨਿਟੀ ਦੀ ਕੰਟਰਡਿਕਸ਼ਨ ਦੀ ਕਹਾਣੀ ਆ। ਉਹਦੇ ਵਿੱਚ ਮੈਂ ਇਹ ਗੱਲ ਉਭਾਰਨੀ ਚਾਹੁੰਦਾ ਸੀ, ਮੇਰੇ ਮਨ ਵਿੱਚ ਸੀ ਵੀ ਜਿਹੜੇ ਬੁੱਧ ਧਰਮ ਜਿਨ੍ਹਾਂ ਨੇ ਅਪਣਾਇਆ, ਰਵਿਦਾਸੀਆ ਚਮਾਰ ਕਮਿਊਨਿਟੀ ਨੇ ਬੁੱਧ ਧਰਮ ਅਪਣਾਇਆ, ਉਹ ਜਿਹੜਾ ਅੰਬੇਡਕਰ ਦਾ ਜਿਹੜਾ ਬੁੱਧ ਧਰਮ ਆ, ਉਹ ਬੁੱਧ ਧਰਮ ਨੂੰ ਫੋਲੋ ਨਹੀਂ ਕਰਦੇ। ਜਿਹੜੇ ਉਹਦੇ ਫੋਲੋਅਰ ਆ, ਉਹਦੇ ਸ਼ਰਧਾਲੂ ਹੈ, ਬੋਧੀ ਹੈ, ਜਿਹੜੇ ਨਵ ਬੋਧੀ ਹੈ, ਉਹਨਾਂ ਨੇ ਉਹ ਜਿਹੜੇ ਸੰਸਕਾਰ ਆ
ਬ੍ਰਹਮਣਿਕ ਸੰਸਕਾਰ ਜਿਹੜੇ ਆ ਉਹਨਾਂ ਨੂੰ ਅਪਣਾਇਆ ਉਹਨਾਂ ਨੇ। ਮਿਸਾਲ ਦੇ ਤੌਰ ਤੇ ਵੀ ਮੂਰਤੀ ਪੂਜਾ ਜੀ, ਧੂਫ ਬੱਤੀ, ਹੋਰ ਵਿਆਹ, ਇਦਾਂ ਦੇ ਸੰਸਕਾਰ ਆ ਉਹਨਾਂ ਨੇ ਉਹਦੇ ਵਿੱਚ ਸ਼ੁਰੂ ਕਰਤੇ ਆਪਣੇ। ਇੱਕ ਮੈਂ ਸਮਝਦਾ ਵੀ ਇੱਕ ਉਹਨਾਂ ਨੇ ਸ਼ਕਲ ਬਦਲੀ ਹੈ। ਮੰਨ ਲਓ ਬੁੱਧ ਧਰਮ ਦੀ ਫੋਟੋ ਲਾਤੀ ਆ, ਬਾਕੀ ਜਿਹੜੇ ਉਹਨਾਂ ਦੀ ਮਾਨਸਿਕਤਾ ਨਹੀਂ ਬਦਲੀ। ਉਹਨਾਂ ਜਿਹੜਾ ਬੁੱਧ ਕਹਿੰਦਾ ਆ, ਜੋ ਕੁਝ ਬੁੱਧ ਦੀ ਫਿਲਾਸਫੀ ਹੈ ਉਸ ਨੂੰ ਨਹੀਂ ਉਹਨਾਂ ਨੇ ਅਪਣਾਇਆ, ਤੇ ਉਹਨਾਂ ਨੇ ਉਹਦੀ ਸ਼ਕਲ ਹੋਰ ਤਰ੍ਹਾਂ ਦੀ ਬਣਾਤੀ, ਸ਼ਰਧਾ ਵਾਲੀ, ਪੂਜਾ ਪਾਠ ਵਾਲੀ, ਇਸ ਤਰ੍ਹਾਂ ਦੀਆਂ। ਇਹਨਾਂ ਗੱਲਾਂ ਨੂੰ ਲੈ ਕੇ ਮੈਂ ਉਹ ਜਿਹੜਾ ਉਹਦਾ ਪਾਤਰ ਆ, ਗਿਆਨ ਆ ਕਹਾਣੀ ਦਾ, ਉਹ ਇਹੋ ਇਸ ਤਰ੍ਹਾਂ ਦੇ ਕੰਮ ਕਰਦਾ, ਉਹ ਇਸ ਤਰ੍ਹਾਂ ਦੇ ਉਹਦੇ ਵਿੱਚ ਦ੍ਰਿਸ਼ ਆ ਉਹਦੇ ਵਿੱਚ। ਤੇ ਜਿਹੜੇ ਬੁੱਧ ਧਰਮ ਦੇ ਫਾਲੋਅਰ ਨੇ ਉਹਨਾਂ ਨੂੰ ਇਤਰਾਜ਼ ਸੀ ਵੀ ਇਹ ਇਸ ਤਰ੍ਹਾਂ ਕਰਨਾ ਨਹੀਂ ਸੀ ਚਾਹੀਦਾ। ਜਿਹੜਾ ਬੁੱਧ ਧਰਮ ਆ, ਅਸੀਂ ਇਸ ਤਰ੍ਹਾਂ ਦੀ ਮੂਰਤੀ ਪੂਜਾ ਕਰਦੇ ਨਹੀਂ ਹਾਂ, ਅਸੀਂ ਇਸ ਤਰ੍ਹਾਂ ਦੀ ਉਹ ਜਿਹੜੇ ਆ ਸੰਸਕਾਰ ਨਹੀਂ ਕਰਦੇ। ਇਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਇਤਰਾਜ਼ ਸੀ। ਉਹਨਾਂ ਨੇ ਕੁਝ ਸਵਾਲ ਖੜੇ ਕੀਤੇ, ਮੈਨੂੰ ਮੈਗਜ਼ੀਨ ਵਿੱਚ ਛਪੀਆਂ ਉਹ ਸਵਾਲ ਕੀਤੇ, ਮੈਂ ਵੀ ਸਪਸ਼ਟੀਕਰਨ ਦਿੱਤਾ। ਇਸ ਦੇ ਨਾਲ ਹੀ ਇੱਕ ਵੱਡਾ ਲੇਖ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਪਰਮਜੀਤ ਸਿੰਘ ਜੱਜ, ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਇੱਕ ਲੇਖ ਲਿਖਿਆ ਇਸ ਕਹਾਣੀ ਦੇ ਉੱਤੇ। ਇਸ ਤਰ੍ਹਾਂ ਇਹ ਬਹੁਤ ਵਾਦ ਵਿਵਾਦ ਚੱਲਦਾ ਰਿਹਾ। ਠੀਕ ਹੈ ਜੀ। ਇਸੇ ਕਰਕੇ ਵੀ ਮੈਂ ਉਹਨਾਂ ਤੇ ਕੁਝ ਸਵਾਲ ਖੜੇ ਕੀਤੇ ਸੀ। ਠੀਕ ਹੈ। ਮੈਂ ਕਹਿੰਦਾ ਸੀ ਵੀ ਇਹ ਜਿਹੜੇ ਸੰਸਕਾਰ ਨੇ, ਇਹ ਜਿਹੜੇ ਰੀਤਾਂ ਨੇ, ਇਹ ਬੁੱਧ ਧਰਮ ਵਿੱਚ ਨਹੀਂ ਹੈਗੀਆਂ। ਡਾਕਟਰ ਭੀਮ ਰਾਓ ਅੰਬੇਡਕਰ ਉਹਨਾਂ ਨੇ ਵੀ ਬੁੱਧ ਧਰਮ ਨੂੰ ਅਪਣਾਇਆ ਸੀ। ਫਿਰ ਤੁਸੀਂ ਇਹਨਾਂ ਦੋਹਾਂ ਵਿੱਚ ਵੀ ਇੱਥੇ ਵਖਰੇਵਾਂ ਖੜਾ ਕਰਕੇ ਰੱਖ ਦਿੱਤਾ, ਕਿ ਇਹ ਮੈਂ ਠੀਕ ਕਹਿ ਰਿਹਾ? ਨਹੀਂ, ਵਖਰੇਵਾਂ ਤਾਂ ਨਹੀਂ, ਇਹ ਨਾ ਆਪਾਂ ਕਹਿ ਸਕਦੇ ਹਾਂ, ਇਹ ਜਿਹੜੇ ਇੱਕ ਕੰਟਰਾਡਿਕਸ਼ਨ ਕਹਿ ਸਕਦੇ ਹਾਂ, ਇੱਕ ਵਿਚਾਰਧਾਰਕ ਧੁੰਦਲਕਾ ਕਹਿ ਸਕਦੇ ਹਾਂ ਆਪਾਂ, ਕਿ ਉਹ ਜਿਹੜੇ ਬੁੱਧ ਧਰਮ ਉਹਨਾਂ ਨੇ ਅਪਣਾ ਲਿਆ ਜੀ, ਇੱਕ ਸੈਕਸ਼ਨ ਨੇ ਬੁੱਧ ਧਰਮ ਅਪਣਾ ਲਿਆ, ਪਰ ਉਹਨਾਂ ਦਾ ਜਿਹੜਾ ਮਾਈਂਡ ਸੈਟਅਪ ਹੈ ਜਿਹੜਾ, ਉਹ ਨਹੀਂ ਚੇਂਜ ਹੋਇਆ। ਉਹ ਮਾਈਂਡ ਸੈਟਅਪ ਉਹਨਾਂ ਦਾ ਉਹੀ ਰਿਹਾ ਜੀ। ਇਹਨਾਂ ਗੱਲਾਂ ਨੂੰ ਲੈ ਕੇ ਮੈਂ ਕੁਝ ਸਵਾਲ ਖੜੇ ਕੀਤੇ। ਮਤਲਬ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਸੀ ਬੁੱਧ ਧਰਮ ਦੀਆਂ ਅਸਲ ਸਿੱਖਿਆਵਾਂ ਸੀਗੀਆਂ, ਉਹ ਤੋਂ ਭਟਕ ਗਏ। ਬਿਲਕੁਲ ਉਹ ਤੋਂ ਭਟਕ ਗਏ ਜੀ। ਲੇਖਕਾਂ ਦੀ ਅਕਸਰ ਆਲੋਚਨਾ ਵੀ ਹੁੰਦੀ ਰਹਿੰਦੀ ਆ, ਕਹਾਣੀਆਂ ਹੁੰਦੀਆਂ ਉਹਨਾਂ ਦੀ ਵੀ ਆਲੋਚਨਾ ਹੁੰਦੀ ਰਹਿੰਦੀ ਆ। ਤੁਹਾਨੂੰ ਕਿੰਨਾ ਕੁ ਇਹਨਾਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ? ਦੇਖੋ, ਮੇਰੀ ਜਦੋਂ ਦਾ ਮੈਂ ਲਿਖਣਾ ਸ਼ੁਰੂ ਕੀਤਾ, ਮੇਰੀ ਕਾਫੀ ਆਲੋਚਨਾ ਹੋਈ ਕਹਾਣੀਆਂ ਦੀ, ਜਾਣੀ ਕਿ ਬਹੁਤ ਆਲੋਚਨਾ ਹੋਈ। ਕੁਝ ਆਲੋਚਕਾਂ ਨੇ ਟਿੱਪਣੀਆਂ ਕੀਤੀਆਂ, ਸਖਤ ਕੀਤੀਆਂ, ਕੁਝ ਉਹਨਾਂ ਪਿੱਛੇ ਕਈ ਕਾਰਨ ਹੁੰਦੇ ਨੇ, ਪਰ ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਚੰਗਾ ਲਿਖਾਂ, ਵਧੀਆ ਲਿਖਾਂ। ਮੈਂ ਉਹ ਆਲੋਚਨਾ ਦੀ ਜਿਹੜੀ ਇੱਕ ਪਾਸੜ ਆਲੋਚਨਾ ਦੀ ਮੈਂ ਪਰਵਾਹ ਨਹੀਂ ਕੀਤੀ, ਮੈਂ ਲਿਖਦਾ ਗਿਆ ਜੀ। ਜਿਹੜੀ ਆਲੋਚਨਾ ਆ ਤੁਹਾਨੂੰ ਤਰਾਸ਼ਦੀ ਹੈ ਜੀ, ਤੁਹਾਨੂੰ ਵਧੀਆ ਬਣਾਉਂਦੀ ਹੈ, ਤੁਹਾਡੀ ਲਿਖਤ ਨੂੰ ਵਧੀਆ ਬਣਾਉਂਦੀ ਹੈ, ਜੇ ਉਹ ਸਹੀ ਹੋਵੇ, ਸੰਤੁਲਿਤ ਹੋਵੇ, ਬੈਲੈਂਸ ਹੋਵੇ ਆਲੋਚਨਾ। ਜਦੋਂ ਇੱਕ ਪਾਸੜ ਆਲੋਚਨਾ ਹੁੰਦੀ ਹੈ, ਜਦੋਂ ਜਿਹੜਾ ਆਲੋਚਕ ਆ ਉਹ ਦੇਖਦਾ ਹੈ ਬਈ ਇਹਦੀ ਮੈਂ ਆਲੋਚਨਾ ਕਰਨੀ ਆ, ਇਹਨੂੰ ਮੈਂ ਡੀਗ੍ਰੇਡ ਕਰਨਾ, ਇਹਨੂੰ ਮੈਂ ਇਹਦੀ ਕਹਾਣੀ ਦੀਆਂ ਉਹ ਬਿਨਾਂ ਕਿਸੇ ਲੌਜਿਕ ਨਾਲ ਉਹਦੀਆਂ ਧੱਜੀਆਂ ਉਡਾਉਣੀਆਂ, ਉਹਦੀ ਆਲੋਚਨਾ ਕਰਨੀ ਹੈ। ਜਦੋਂ ਇਹ ਹੁੰਦਾ ਮਸਲਾ, ਫੇਰ ਤਾਂ ਉਹ ਮਾੜਾ ਰੁਝਾਨ ਹੈ ਜੀ। ਜਦੋਂ ਹੁੰਦਾ ਵੀ ਤੁਹਾਡੀ ਸਹੀ ਆਲੋਚਨਾ ਹੁੰਦੀ ਹੈ, ਤੁਸੀਂ ਲੱਗਦਾ ਤੁਹਾਨੂੰ ਵੀ ਇਹ ਵਾਕਿਆ ਮੇਰੀ ਕਹਾਣੀ ਦੀ ਕਮਜ਼ੋਰੀ ਹੈ, ਤੇ ਫਿਰ ਲੱਗਣ ਲੱਗ ਪੈਂਦਾ ਵੀ ਇਹ ਤੁਸੀਂ ਚੰਗਾ ਕੰਮ ਕਰ ਰਹੇ ਹੋ, ਸਿੱਖਣ ਨੂੰ ਮਿਲਦਾ। ਮੈਂ ਜਿਹੜੀ ਆਲੋਚਨਾ ਆ, ਮੈਂ ਆਲੋਚਨਾ ਨੂੰ ਬਹੁਤਾ ਨਿਰਾਸ਼ ਵੀ ਨਹੀਂ ਹੁੰਦਾ। ਮੈਂ ਇਸ ਤਰ੍ਹਾਂ ਕਿਸਮ ਦੀ ਆਲੋਚਨਾ ਨਾਲ ਬਹੁਤਾ ਨਿਰਾਸ਼ ਵੀ ਨਹੀਂ ਹੁੰਦਾ। ਬਈ ਕਈ ਵਾਰ ਐ ਹੋ ਜਾਂਦਾ ਵੀ ਜੇ ਤੁਹਾਡੀ ਬਹੁਤ ਆਲੋਚਨਾ ਹੋਣ ਲੱਗ ਪੈਂਦੀ, ਕਦੀ ਇਹ ਵੀ ਦੇਖਿਆ ਮੈਂ ਵੀ ਜਦੋਂ ਇੱਕ ਲੇਖਕ ਦੀ ਬਹੁਤ ਆਲੋਚਨਾ ਹੋਣ ਲੱਗ ਪਈ, ਉਹ ਲਿਖਣਾ ਛੱਡ ਦਿੰਦਾ। ਮੈਂ ਬੈਲੈਂਸ ਰੱਖਿਆ ਆਪਣੇ ਨੂੰ। ਮੰਨ ਲਾ ਜਿਹੜੀ ਆਲੋਚਨਾ ਹੋਈ, ਕਾਫੀ ਹੋਈ ਹੈ, ਉਹਨੂੰ ਵੀ ਮੈਂ ਉਹਦੀ ਬਹੁਤੀ ਪਰਵਾਹ ਨਹੀਂ ਕੀਤੀ। ਜੇ ਮੈਨੂੰ ਮੇਰੀ ਤਾਰੀਫ ਹੋਈ ਆ, ਮੇਰੀ ਕਹਾਣੀ ਦੀਆਂ ਖੂਬੀਆਂ ਦੀ ਗੱਲ ਹੋਈ ਹੈ, ਜੇ ਮੈਨੂੰ ਕੋਈ ਇਨਾਮ ਮਿਲਿਆ ਜਾਂ ਕੋਈ ਹੋਰ ਸੰਸਥਾ ਮੈਨੂੰ ਮਾਨਤਾ ਦਿੰਦੀ ਹੈ ਮੇਰੀ ਰਚਨਾ ਨੂੰ, ਤੇ ਉਹਦੀ ਵੀ ਮੈਨੂੰ ਬਹੁਤੀ ਖੁਸ਼ੀ ਨਹੀਂ ਹੁੰਦੀ ਵੀ ਮੈਂ ਇੰਨਾ ਫੁੱਲ ਜਾਵਾਂ, ਮੈਂ ਕਹਿਣ ਮੈਂ ਬਹੁਤ ਵੱਡਾ ਲੇਖਕ ਹਾਂ, ਬਹੁਤ ਵੱਡਾ ਕਹਾਣੀਕਾਰ ਆ, ਮੇਰੇ ਵਰਗੀ ਕਹਾਣੀ ਕੋਈ ਲਿਖ ਨਹੀਂ ਸਕਦਾ। ਮੈਂ ਆਪਣੇ ਆਪ ਨੂੰ ਬੈਲੈਂਸ ਰੱਖਿਆ। ਆਲੋਚਨਾ ਤੇ ਤਾਰੀਫ ਤੁਹਾਨੂੰ ਦੇ ਵਿੱਚ ਤੁਹਾਨੂੰ ਇੱਕ ਵਿਚਕਾਰਲਾ ਰਸਤਾ ਅਪਣਾਉਣਾ ਪੈਂਦਾ। ਤੁਸੀਂ ਬੈਲੈਂਸ ਰੱਖੋ, ਨਾਲ ਲੈ ਕੇ ਚੱਲਣਾ ਪੈਂਦਾ, ਤਾਂ ਹੀ ਤੁਸੀਂ ਆਪਣੇ ਆਪ ਦੀ ਜਿਹੜੀ ਰਚਨਾ ਦਾ ਵਿਕਾਸ ਕਰ ਸਕਦੇ ਆ।
ਹੁਣ ਮੈਂ ਤੁਹਾਡੀਆਂ ਦੋ ਕਿਤਾਬਾਂ ਬਾਰੇ ਗੱਲ ਕਰਨੀ ਹੈ। ਇੱਕ ਤਾਂ ਲੋਕ ਨਾਟ ਨਕਲਾਂ ਤੇ ਪੰਜਾਬ ਦੀਆਂ ਇਤਿਹਾਸਿਕ ਇਮਾਰਤਾਂ। ਜੀ, ਸਾਡੇ ਦਰਸ਼ਕਾਂ ਨੂੰ ਦੱਸੋ ਇਹ ਕਿਸ ਤਰ੍ਹਾਂ ਦੀਆਂ ਨੇ? ਇਹ ਜਿਹੜੀਆਂ ਕਿਤਾਬਾਂ ਸੀ ਇਹ ਮੈਨੂੰ ਪ੍ਰੋਜੈਕਟ ਮਿਲੇ ਸੀ ਜੀ। ਇਹ ਉਦੋਂ ਸੀ ਵੀ ਮੈਂ ਕਿਹਾ ਮੈਂ ਆਰਥਿਕ ਤੌਰ ਤੇ ਵੀ ਇਸ ਤਰ੍ਹਾਂ ਦੇ ਕੰਮ ਮੈਂ ਕਰਨਾ ਚਾਹੁੰਦਾ, ਕੁਝ ਇਸ ਤਰ੍ਹਾਂ ਮੈਂ ਦੋਸਤਾਂ ਨੇ ਕਰਵਾਈ। ਤੇ ਜਿਹੜੀ ਲੋਕ ਨਾਟ ਨਕਲਾਂ ਆ ਇਹ ਨੈਸ਼ਨਲ ਬੁੱਕ ਟਰਸਟ ਦਾ ਪ੍ਰੋਜੈਕਟ ਸੀ, ਨੈਸ਼ਨਲ ਬੁੱਕ ਟਰਸਟ ਇੰਡੀਆ ਦਾ। ਉਸ ਵੇਲੇ ਉਹਨਾਂ ਨੇ ਕਿਹਾ ਵੀ ਤੂੰ ਇਹ ਨਕਲਾਂ ਤੇ ਕੰਮ ਕਰ ਲਾ। ਮੈਂ ਕਿਹਾ ਮੈਂ ਕਰ ਲੈਣਾ ਨਕਲਾਂ ਤੇ ਕੰਮ। ਮੈਂ ਉਸ ਵੇਲੇ 2 ਸਾਲ ਲਾ ਕੇ ਭੰਡ ਜਿਹੜੇ ਨੇ ਉਹਨਾਂ ਦੀਆਂ ਨਕਲਾਂ ਇਕੱਠੀਆਂ ਕੀਤੀਆਂ, ਉਹਨਾਂ ਨਾਲ ਮੁਲਾਕਾਤਾਂ ਕੀਤੀਆਂ। ਉਹ ਸਾਰਾ ਕੁਝ ਦਾ ਇੱਕ ਹਿਸਟੋਰੀਕਲ ਜਿਹੜੀ ਹੈ ਕਿਤਾਬ ਆ ਉਹ ਮੈਂ ਤਿਆਰ ਕੀਤੀ, ਤਕਰੀਬਨ 300 ਪੇਜ ਦੀ ਹੈ। ਉਹ ਥੋੜੇ ਦਿਨਾਂ ਵਿੱਚ ਹੁਣ ਪਹਿਲਾਂ ਅਪਰੂਵਡ ਹੋਈ ਹੈ, ਛਪ ਜਾਏਗੀ ਉਹਦੇ ਵਿੱਚ ਮੈਂ ਦੁਆਬੇ ਦੇ ਜਿਹੜੇ ਭੰਡ ਨੇ, ਨਕਲਾਂ, ਲੋਕ ਨਾਟ ਹੈ ਜਿਹੜਾ ਦੇ ਤੌਰ ਤੇ ਜਿਹੜਾ ਅਣਗੌਲਿਆ ਜਿਹਦੇ ਬਾਰੇ ਬਹੁਤ ਘੱਟ ਲਿਖਿਆ ਗਿਆ, ਉਹਨਾਂ ਨੂੰ ਮੈਂ ਉਹਦੀ ਇਤਿਹਾਸ ਨੂੰ ਲਿਆ, ਉਹਦੀ ਬੈਕਗਰਾਉਂਡ ਨੂੰ ਲਿਆ ਵੀ ਇਹਦੇ ਵਿੱਚ ਕਲਚਰਲ ਕੀ ਪਿਆ ਆ, ਇਹਦੇ ਵਿੱਚ ਨਾਟ ਦੀਆਂ ਕਿਹੜੀਆਂ ਜੁਗਤਾਂ ਪਈਆਂ ਨੇ ਤੇ ਇਹਦੇ ਵਿੱਚ ਕੀ ਖੂਬੀਆਂ, ਉਹਨਾਂ ਨੂੰ ਲੈ ਕੇ ਇਹ ਕਿਤਾਬ ਮੈਂ ਲਿਖੀ ਹੈ। ਉਸ ਤੋਂ ਇਲਾਵਾ ਇੱਕ ਦੂਸਰੀ ਜਿਹੜੀ ਕਿਤਾਬ ਹੈ ਪੰਜਾਬ ਦੀਆਂ ਇਤਿਹਾਸਿਕ ਇਮਾਰਤਾਂ, ਉਸ ਵੇਲੇ ਬਲਵੀਰ ਮਾਧੋਪੁਰੀ ਯੋਜਨਾ ਦੇ ਸੰਪਾਦਕ ਹੁੰਦੇ ਸੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਇੰਡੀਆ ਦਾ ਇਹ ਪ੍ਰੋਜੈਕਟ ਸੀ। ਉਹਨਾਂ ਨੇ ਦਿੱਤਾ ਵੀ ਤੂੰ ਕੋਈ ਕੰਮ ਆਹ ਕਰ ਲਾ, ਤੂੰ ਜੇ ਵਿਹਲਾ ਤਾਂ। ਮੈਂ ਕਿਹਾ ਮੈਂ ਆਹ ਪੰਜਾਬ ਦੀਆਂ ਇਤਿਹਾਸਿਕ ਇਮਾਰਤਾਂ ਤੇ ਕੰਮ ਕਰ ਲੈਣਾ। ਮੇਰਾ ਇੱਕ ਇੰਟਰਸਟ ਵੀ ਸੀ, ਮੇਰਾ ਸ਼ੌਕ ਸੀ ਵੀ ਹਿਸਟਰੀ ਨੂੰ ਮੈਂ ਪੜ੍ਹਦਾ ਸੀ ਤੇ ਜਿਹੜੀਆਂ ਉਸ ਵੇਲੇ ਦੀਆਂ ਜਿਹੜੀਆਂ ਮੁਗਲ ਕਾਲ ਦੀਆਂ ਜਿਹੜੀਆਂ ਪੰਜਾਬ ਵਿੱਚ ਇਮਾਰਤਾਂ ਆ, ਮਕਬਰੇ ਆ, ਸਰਾਵਾਂ ਆ, ਕਿਲੇ ਆ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੇ, ਉਹਨਾਂ ਬਾਰੇ ਮੈਂ ਸਾਰੇ ਪੰਜਾਬ ਵਿੱਚ ਵਿਜ਼ਿਟ ਕੀਤਾ। ਉਹਨਾਂ ਨੂੰ ਲੱਭਿਆ, ਉਹਨਾਂ ਦੀਆਂ ਫੋਟੋ ਖਿੱਚੀਆਂ, ਉਹਨਾਂ ਦੀ ਬਣਤਰ ਜਿਹੜੀ ਬਿਲਡਿੰਗਾਂ ਦੀ ਉਹਨਾਂ ਬਾਰੇ ਮੈਂ ਜਾਣਿਆ ਤੇ ਉਹ ਕਿਤਾਬ ਲਿਖੀ ਮੈਂ। 300 ਪੇਜ ਦੀ ਕਿਤਾਬ ਆ। ਉਹ ਅਜੇ ਠੰਡੇ ਬਸਤੇ 'ਚ ਪਈ ਹੋਈ ਹੈ, ਪਤਾ ਨਹੀਂ ਕਦੋਂ ਛਪਣੀ ਹੈ। ਉਹ ਦੇਖੋ ਨੇੜੇ ਭਵਿੱਖ ਵਿੱਚ ਛਪ ਸਕਦੀ ਹੈ। ਸੋ ਅੱਜ ਆਪਾਂ ਦਿਲ ਦੀਆਂ ਗੱਲਾਂ ਕੀਤੀਆਂ ਭਗਵੰਤ ਰਸੂਲਪੁਰੀ ਹੁਣਾਂ ਨਾਲ। ਉਹਨਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਅਸੀਂ ਬਹੁਤ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ, ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ। ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇੱਕ ਵਾਰ ਭਗਵੰਤ ਰਸੂਲਪੁਰ ਜੀ ਹੁਣਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਤੇ ਇੱਕ ਸਮਾਜ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਅਸੀਂ ਉਹ ਵੀ ਜਾਣਨਾ ਚਾਹਾਂਗੇ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਜਿਹੜੇ ਮੇਰੇ ਵਿਚਾਰ ਆ, ਮੇਰੇ ਥਾਟ ਆ, ਮੇਰੀ ਸਮਝ ਹੈ ਇੱਕ ਸਮਾਜ ਦੀ, ਮੇਰੀਆਂ ਰਚਨਾਵਾਂ ਬਾਰੇ ਜਿਹੜੀਆਂ ਮੇਰੀਆਂ ਗੱਲਾਂ ਆ ਉਹ ਤੁਸੀਂ ਦਰਸ਼ਕਾਂ ਨੂੰ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਬਹੁਤ ਧੰਨਵਾਦ। ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਬਈ ਪਾਠਕਾਂ ਨੂੰ ਵਧੀਆ ਸਾਹਿਤ ਪੜ੍ਹਨਾ ਚਾਹੀਦਾ, ਵਧੀਆ ਲਿਟਰੇਚਰ ਪੜ੍ਹਨਾ ਚਾਹੀਦਾ। ਜਿਹੜੇ ਸਾਹਿਤ ਪੜ੍ਹਦੇ ਨੇ ਉਹਨਾਂ ਦਾ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਸਮਾਜ ਨੂੰ ਦੇਖਣ ਦੀ ਵੱਖਰੀ ਹੁੰਦੀ ਹੈ ਤੇ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਤਾਂ ਹੀ ਸਮਝ ਸਕਦੇ ਆ ਜੇ ਤੁਸੀਂ ਵਧੀਆ ਲਿਟਰੇਚਰ ਪੜ੍ਹਦੇ ਆ, ਵਧੀਆ ਪੇਂਟਿੰਗ ਦੇਖਦੇ ਆ, ਚੰਗੀਆਂ ਆਰਟ ਫਿਲਮਾਂ ਦੇਖਦੇ ਆ। ਤੁਹਾਡਾ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਅੱਗੇ ਵੀ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਰੂਬਰੂ ਹੁੰਦੇ ਰਵਾਂਗੇ। ਧੰਨਵਾਦ।